ਪਰ ਉਹਦੇ ਵਿੱਚ ਮੇਰੇ ਲਾਈਨ 'ਚ ਸਾਡੇ ਕਾਲਰ ਨੇ। ਕਾਲਰ ਸਤਿ ਸ਼੍ਰੀ ਅਕਾਲ ਜੀ, ਸ਼ੁਭ ਨਾਮ ਕੀ ਤੁਹਾਡਾ? ਮੇਰਾ ਨਾਮ ਓਂਕਾਰ ਸਿੰਘ ਜੀ। ਓਂਕਾਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਨਾ ਕੱਲ ਵੀ ਅਸਲ 'ਚ ਗੱਲ ਕਰਨੀ ਚਾਹੁੰਦਾ ਸੀ, ਜਿਹੜਾ ਵਿਸ਼ਾ ਚੱਲਦਾ ਸੀ ਢੱਡਰੀਆਂ ਵਾਲੇ ਬਾਰੇ। ਜੀ ਮਾਫ ਕਰਨਾ ਕਿ ਕੱਲ ਲਾਈਨਾਂ ਨਹੀਂ ਮਿਲੀਆਂ, ਉਸ ਚੀਜ਼ ਦੀ ਖਿਮਾ ਜਾਚਣਾ। ਜੀ ਬੋਲੋ। ਹਾਂਜੀ, ਨਹੀਂ ਦਰਸ ਹੋ ਕੇ ਮੈਂ ਉਹ ਸਮਝ ਗਿਆ ਇਹ ਗੱਲ, ਪਰ ਗੱਲ ਇਹ ਵੀ ਮੈਂ ਇਹਨੂੰ ਬੜੇ ਚਿਰ ਤੋਂ ਪੁਰਾਣਾ ਜਾਣਦੇ ਆ ਅਸੀਂ ਇਹਨੂੰ, ਪਰ ਜਿਹੜਾ ਅਸਲ 'ਚ ਮੈਂ ਚਾਹੁੰਦਾ ਸੀ ਵੀ ਜਿਹੜਾ ਇਹਦੇ ਪ੍ਰਚਾਰਕ ਦੇ ਨਾਂ ਤੇ ਜਿਹੜਾ ਇਹਦੇ ਅੰਦਰ ਬਿਜ਼ਨਸਮੈਨ ਇੱਕ ਬੈਠਾ, ਉਹ ਮੈਂ ਗੱਲ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦਾ। ਦੂਜੀ ਗੱਲ ਹੀ ਮੇਰੀ ਬਈ ਉਹ ਤੋਂ ਪਹਿਲੋਂ ਜਿਹੜਾ ਸਿੰਪਥੀ ਲੈਣ ਦਿਆ ਲੋਕਾਂ ਦੀ ਵੀ ਮੇਰੇ ਤੇ ਹਮਲਾ ਆ, ਝਗੜਾ ਆ, ਐਵਰੀ ਸਿੰਗਲ ਥਿੰਗ ਮੈਂ ਇਹਦੇ ਨਾਲ ਡਿਸਕਸ ਸਾਡੀ ਹੁੰਦੀ ਰਹੀ ਆ। ਅੱਛਾ, ਮੈਂ 1 ਮਿੰਟ ਦੇ ਵਿੱਚ ਉਹ ਗੱਲ ਕਰਨੀ ਚਾਹੁੰਦਾ ਹਮਲੇ ਵਾਲੀ। ਇਹਨੇ ਪਹਿਲੋਂ ਜਿਹੜੇ ਆਪਣੇ ਬਾਬੇ ਧੁੰਮੇ ਦੇ ਬਾਰੇ ਬੋਲਦਾ ਰਿਹਾ, ਉਹ ਇਹਨਾਂ ਦੇ ਬਾਰੇ ਬੋਲੇ, ਚਲੋ ਉਹ ਇੱਕ ਇਹਨਾਂ ਦਾ ਆਪਣਾ ਇੰਡੀਵਿਜੂਅਲ ਸੀਗਾ। ਉਹਨਾਂ ਨੇ ਇਹਨਾਂ ਤੇ ਜਿੱਦਾਂ ਵੀ ਹਮਲਾ ਕੀਤਾ ਉਹਦੀ ਆਪਾਂ ਨਿਖੇਧੀ ਕਰਦੇ ਹਾਂ। ਹਮਲਾ ਨਹੀਂ ਕਿਸੇ ਤੇ ਕਰਨਾ ਚਾਹੀਦਾ, ਬੰਦਾ ਮਰ ਗਿਆ, ਉਹ ਕਿਸੇ ਵੀ ਹਾਲਤ ਦੇ ਵਿੱਚ ਉਹਨੂੰ ਠੀਕ ਨਹੀਂ ਠਹਿਰਾਇਆ ਜਾ ਸਕਦਾ। ਪਰ ਗੱਲ ਇਹ ਆ ਵੀ ਉਹ ਬੰਦਾ ਮਰਿਆ ਕਿੱਦਾਂ? ਉਹ ਜਿਹੜੇ ਬੰਦੇ ਇਹਨਾਂ ਦੇ ਹਮਲਾ ਕੀਤਾ, ਉਹਨਾਂ ਨੇ ਇਹਨਾਂ ਦੀ ਜ਼ੁਬਾਨੀ ਆ 60-70 ਗੋਲੀਆਂ ਵੱਜੀਆਂ ਇਹਨਾਂ ਦੀ ਗੱਡੀ ਤੇ। ਇਹ ਕਹਿੰਦਾ ਵੀ ਮੈਂ ਸੀਟ ਥੱਲੇ ਲੁੱਕ ਕੇ ਆਪਣੀ ਜਾਨ ਬਚਾਈ। ਬੰਦੇ 60-70 ਗੋਲੀਆਂ ਚਲਾਉਣ, ਇਹ ਸੀਟ ਥੱਲੇ ਲੁਕਿਆ ਰਹਿ ਜੇ, ਇਹ ਕੋਈ ਸੈਂਸ ਬਣਦੀ ਹੈ? ਸਾਰੇ ਆਪਾਂ ਇਹ ਗੱਲ ਨੂੰ ਸਮਝ ਸਕਦੇ ਹਾਂ। ਦੂਜੀ ਗੱਲ, ਜਿਹੜੀ ਉਹ ਗੋਲੀ ਵੱਜੀ ਆ ਭੁਪਿੰਦਰ ਸਿੰਘ ਦੇ, ਉਹ ਜਿਹੜਾ ਇਹਦਾ ਡਰਾਈਵਰ ਸੀਗਾ, ਉਹਦੇ ਰਿਵਾਲਵਰ ਚੋਂ ਗੋਲੀ ਵੱਜੀ ਆ। ਜੇ ਨਹੀਂ ਤਾਂ ਪੋਸਟਮਾਰਟਮ ਦੀ ਰਿਪੋਰਟ ਕਿਉਂ ਨਹੀਂ ਜਨਤਕ ਕਰਦਾ? ਇਹਨੂੰ ਪਤਾ ਵੀ ਗੋਲੀ ਉਹ ਤਾਂ ਵੱਜੀ, ਤਾਂ ਕਰਕੇ ਜਦੋਂ ਬੰਦਾ ਮਰ ਗਿਆ ਇਹ ਡਰਦੇ ਉੱਥੋਂ ਭੱਜ ਗਏ ਆ। ਉਹਨਾਂ ਬੰਦਿਆਂ ਕੋਲੋਂ ਨਹੀਂ ਡਰੇ, ਇਹ ਜਦੋਂ ਇਹਨਾਂ ਦੇ ਕੋਲੋਂ ਬੰਦਾ ਮਰ ਗਿਆ ਤਾਂ ਉਹਨੂੰ ਲਗਾਉਣ ਦੀ ਖਾਤਰ ਇਹ ਉੱਥੋਂ ਭੱਜੇ ਆ। ਦੂਜੀ ਗੱਲ, ਕੋਰਟ ਨੇ ਇਹਨਾਂ ਜਦੋਂ ਐਫ ਆਈ ਆਰ ਹੋਈ ਆ, ਇਹਦਾ ਫਰਜ਼ ਬਣਦਾ ਸੀ ਇਹ ਖੁਦ ਐਫ ਆਈ ਆਰ ਕਰਾਉਂਦਾ, ਕਿਉਂਕਿ ਇਹ ਸਾਰਿਆਂ ਨੂੰ ਵੱਡਾ ਚਸ਼ਮਗੀਤ ਗਵਾਹ ਉਸ ਕਤਲ ਦਾ ਇਹ ਆਪ ਸੀਗਾ। ਇਹਨੇ ਆਪਣੇ ਡਰਾਈਵਰ ਦੇ ਕੋਲੋਂ ਐਫ ਆਈ ਆਰ ਕਰਵਾਈ, ਕਿਉਂਕਿ ਕੱਲ ਨੂੰ ਜੇ ਮੁੱਕਰਨਾ ਪਿਆ ਡਰਾਈਵਰ ਨੂੰ ਮੁਕਰਾ ਦਾਂਗੇ, ਆਪ ਇਹ ਸਾਈਡ ਤੇ ਰਹਿ ਜਾਊਗਾ। ਪਿਛਲੇ ਦਸੰਬਰ ਦੇ ਵਿੱਚ ਬਾਸੀ ਸਾਹਿਬ ਕੋਰਟ ਨੇ ਇਹਨੂੰ ਇੱਕ ਡੇਟ ਦਿੱਤੀ ਵੀ ਤੁਸੀਂ ਆਣ ਕੇ ਭੁਪਿੰਦਰ ਸਿੰਘ ਦੇ ਕੇਸ ਦੇ ਵਿੱਚ ਆਪਣੀ ਗਵਾਹੀ ਦਿਓ। ਇਹ ਬੰਦਾ ਗਵਾਹੀ ਦੇਣ ਨਹੀਂ ਗਿਆ ਜੀ। ਇਹਨੂੰ ਜਦੋਂ ਅਸੀਂ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਜਾਂਦੇ, ਕਹਿੰਦਾ ਵੀ ਜੇ ਮੈਂ ਗਿਆ, ਮੈਂ ਹਰਨਾਮ ਸਿੰਘ ਦਾ ਨਾਮ ਲਿਆ ਉੱਥੇ, ਉਹਦਾ ਅਕਸ ਖਰਾਬ ਹੋਊਗਾ, ਲੋਕਾਂ ਦੇ ਵਿੱਚ ਇੱਕ ਸਿੱਖ ਦੀ ਜਿਹੜੀ ਨਰਾਦਰੀ ਹੋਊਗੀ। ਜਦੋਂ ਤੁਸੀਂ ਉਸ ਨੂੰ ਆਪਣਾ ਡਾਇਰੈਕਟ ਦੁਸ਼ਮਣ ਸਮਝਦੇ ਜੇ ਤੇ ਕਿਉਂ ਨਹੀਂ ਕੋਰਟ ਦੇ ਵਿੱਚ ਜਾਂਦੇ ਜੇ ਤੁਸੀਂ ਸੱਚੇ ਜੇ? ਬਾਸੀ ਸਾਹਿਬ ਸਿਆਣੇ ਕਹਿੰਦੇ ਆ, ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ। ਇਹਨੂੰ ਕਿਹੜੀ ਗੱਲ ਦਾ ਡਰ ਵਾ? ਇਹ ਤੇ ਬਸ ਉਸ ਚੱਕਰ ਦੇ ਵਿੱਚ ਆਪਣਾ ਬਿਜ਼ਨਸ ਇੱਕ ਚਲਾਉਣਾ ਚਾਹੁੰਦਾ, ਇਹ ਉਸ ਚੱਕਰ ਦੇ ਲੋਕਾਂ ਦੀ ਸਿੰਪਥੀ ਲੈਣੀ ਚਾਹੁੰਦਾ। ਆਪਾਂ ਸਾਰੇ ਜਾਣਦੇ, ਚਲੋ ਮੈਂ ਬਹੁਤੀ ਡਿਟੇਲ 'ਚ ਨਹੀਂ ਜਾਂਦਾ, ਕੁਛ ਮੈਂ ਤੁਹਾਨੂੰ ਗੱਲਾਂ ਦੱਸਣੀਆਂ ਚਾਹੁੰਦਾ, ਤੇ ਜਿਹੜੇ ਤੁਹਾਡੇ ਦੁਆਰਾ ਸੁਣ ਰਹੇ ਇਹ ਗੱਲਾਂ ਉਹ ਬੇਸ਼ੱਕ ਦੀ ਨੋਟ ਕਰ ਲੈਣ। ਮੈਂ ਪੂਰੇ ਜ਼ਿੰਮੇਵਾਰੀ ਨਾਲ ਇਹ ਗੱਲਾਂ ਕਹਿਣ ਲੱਗਾ ਕਿ ਇਹ ਪ੍ਰਚਾਰ ਦੀ ਆੜ ਦੇ ਵਿੱਚ ਆਪਣਾ ਬਿਜ਼ਨਸ ਕਿੱਦਾਂ ਚਲਾ ਰਿਹਾ ਬੰਦਾ। ਕਹਿਣ ਨੂੰ ਤੇ ਕਹਿੰਦਾ ਵੀ ਮੈਂ ਸਾਰਾ ਪਰਮੇਸ਼ਰ ਦੁਆਰ ਗੁਰੂ ਗ੍ਰੰਥ ਸਾਹਿਬ ਦੇ ਨਾਮ ਕੀਤਾ, ਪਰ ਜਿਹੜੀ ਉਹ ਇਨਕਮ ਆ ਰਹੀ ਆ ਜਾਂ ਬਾਹਰਲੇ ਦੇਸ਼ਾਂ ਚੋਂ ਆ ਰਹੀ ਆ, ਉਹਦੇ ਨਾਲ ਐਸ਼ ਪ੍ਰਸਤੀ ਕੌਣ ਕਰ ਰਿਹਾ? ਬੰਦਾ ਇਹ ਖੁਦ ਕਰ ਰਿਹਾ। ਉਹਦੀ ਐਗਜ਼ਾਮਪਲ ਮੈਂ ਤੁਹਾਨੂੰ 2-3 ਦੇਣੀਆਂ ਚਾਹੁੰਦਾ। ਪਰਮੇਸ਼ਰ ਦੁਆਰ ਬਣਨ ਤੋਂ ਬਾਅਦ ਸਮਾਨੇ ਦੇ ਵਿੱਚ ਇਹਦੀ ਕੋਠੀ ਆ 2.5 ਕਰੋੜ ਰੁਪਏ ਦੀ। ਅੱਜ ਵੀ ਉਹਦੀ ਹੁਣ ਤੇ ਉਹਦੀ ਵੈਲਿਊ ਘਟ ਗਈ, ਪਰ ਅੱਜ ਵੀ ਕੋਈ ਬੰਦਾ ਜਿਹੜੇ ਇਹਦੇ ਨਾਲ ਰਹਿਣ ਵਾਲੇ ਆ ਉਹਨਾਂ ਨੂੰ ਪਤਾ ਅੱਜ ਵੀ 2.5 ਕਰੋੜ ਰੁਪਇਆ ਉਹਦੀ ਕੀਮਤ ਆ ਉਸ ਕੋਠੀ ਦੀ। ਉਹ ਕਿਹਦੇ ਕੋਲ ਆ? ਇਹਦੇ ਕੋਲ ਆ। ਦੂਜਾ ਬਾਸੀ ਸਾਹਿਬ, ਇਹਦਾ ਭਰਾ ਵਾ ਗੁਰਪ੍ਰੀਤ ਸਿੰਘ, ਉਹ ਰੋਜ਼ ਪਰਮੇਸ਼ਰ ਦੁਆਰ ਆਉਂਦਾ, ਸਵੇਰੇ ਆਉਂਦਾ। ਫੋਰਚੂਨਰ ਗੱਡੀ ਆ ਉਹਦੇ ਕੋਲ 35 ਲੱਖ ਰੁਪਏ ਦੀ, ਇਹਨੇ ਲੈ ਕੇ ਦਿੱਤੀ। ਉਹਦੀ ਕੀ ਦੇਣ, ਕਿਹੜੀ ਸੇਵਾ ਉਹਦੀ? ਇਹਨਾਂ ਬੰਦਿਆਂ ਦੀ 7 ਕਿੱਲੇ ਪਹਿਲੀ ਆ, ਇਹਨਾਂ ਦੀ ਆਪਣੀ ਨਿੱਜੀ, ਤੇ 7 ਕਿੱਲਿਆਂ ਦੇ ਵਿੱਚ ਚਲੋ ਇਹ ਤੇ ਮੰਨ ਲਿਆ ਵੀ ਪ੍ਰਚਾਰ ਕਰਦਾ। ਇਹਦਾ ਭਰਾ ਫੋਰਚੂਨਰ ਗੱਡੀ ਕਿੱਥੋਂ ਲੈ ਕੇ ਜਾਂਦਾ? ਉਹਦੇ ਕੋਲ ਤੇ ਇੰਨੀ ਔਕਾਤ ਨਹੀਂ ਵੀ ਤੇਲ ਪਵਾ ਸਕੇ। ਤੇਲ ਵੀ ਪਰਮੇਸ਼ਰ ਦੁਆਰ ਦੇ ਵਿੱਚ ਜਿਹੜੇ ਬੰਦਿਆਂ ਨੂੰ ਪਤਾ, ਜਿਹੜੇ ਇਹਦੇ ਨਾਲ ਰਹਿੰਦੇ ਆ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ, ਜਿਹੜਾ ਉੱਥੇ ਟੈਂਕਰ ਆ ਤੇਲ ਦਾ, ਉਹਦੇ ਚੋਂ ਉਹ ਗੱਡੀ ਦੇ ਵਿੱਚ ਤੇਲ ਭਰਦਾ ਵਾ ਕਿ ਨਹੀਂ ਭਰਦਾ? ਦੂਜੀ ਬਾਸੀ ਸਾਹਿਬ ਗੱਲ ਇੱਕ,
ਇਹਨਾਂ ਨੇ ਇੱਕ ਬਣਾਇਆ ਵਾ, ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ। ਇਹਨਾਂ ਨੇ ਸ਼ਾਇਦ ਮੈਨੂੰ ਲੱਗਦਾ ਵੀ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਾ, ਪੰਜਾਬ ਦੇ ਵਿੱਚ ਇੱਕ ਇੰਨੀ ਨਿੱਕਾ ਪਰਮੇਸ਼ਰ ਦਵਾਰ ਵੀ ਬਣਾਇਆ। ਉਹ ਕਿੱਥੇ ਆ? ਕਪੂਰਥਲੇ ਦੇ ਵਿੱਚ ਨਡਾਲਾ। ਇਹ ਤੁਸੀਂ ਜੋ ਕਹਿ ਰਹੇ ਹੋ ਸੱਚ ਕਹਿ ਰਹੇ ਹੋ? ਮੈਂ ਕਿਹਾ ਵੀ ਜਿਹੜੇ ਬੰਦੇ ਨੇ ਜਵਾਬ ਲੈਣਾ ਵਾ, ਬੰਦਾ ਉਹ ਜਵਾਬ ਲੈਣ ਆਵੇ ਜਿਹੜਾ ਮੇਰੀਆਂ ਗੱਲਾਂ ਦਾ ਜਵਾਬ ਇਹਦੇ ਕੋਲ ਦਵਾਵੇ, ਮੈਨੂੰ ਸਿੱਧਾ ਫੇਸ ਟੂ ਫੇਸ। ਮੈਂ ਕਹਿਣੀ ਚਾਹੁੰਦਾ ਗੱਲ ਇਹ, ਇਹਨੇ ਨਡਾਲੇ ਦੇ ਵਿੱਚ ਉਹ ਪਹਿਲੀ ਕਿੰਨਾ ਦੀ ਸੀਗੀ? ਉਹ ਦੋ ਭਰਾ ਬੜੇ ਸਾਊ ਬੰਦੇ ਨੇ, ਇੱਕ ਸਰੀ 'ਚ ਰਹਿੰਦਾ, ਇੱਕ ਕੈਲੀਫੋਰਨੀਆ ਰਹਿੰਦਾ। ਉਹਨਾਂ ਨੂੰ ਇਹਨੇ ਆਪਣੀਆਂ ਗੱਲਾਂ 'ਚ ਲੈ ਕੇ ਆਪਣੀ ਸਕੀ ਭੂਆ ਦੀ ਕੁੜੀ ਦਾ ਰਿਸ਼ਤਾ, ਜਿਹੜਾ ਕੈਲੀਫੋਰਨੀਆ ਮੁੰਡਾ ਰਹਿੰਦਾ, ਉਹਨੂੰ ਕੀਤਾ ਗੱਲਾਂ 'ਚ ਲੈ ਕੇ। ਉਹਨਾਂ ਦੀ ਪਹਿਲੀ ਕਰੋੜਾਂ ਰੁਪਈਆਂ ਦੀ ਪਹਿਲੀ ਉੱਥੇ ਸ਼ਹਿਰ ਦੇ ਨਾਲ ਲੱਗਦੀ ਆ। 2.5 ਕਿੱਲੇ ਪਹਿਲੀ ਇਹਨੇ ਉਹਨਾਂ ਦੇ ਕੋਲੋਂ ਆਪ ਲੈ ਲਈ ਤੇ ਆਪਣੀ ਭੂਆ ਦੀ ਕੁੜੀ ਦਾ ਰਿਸ਼ਤਾ, ਉਹਨੂੰ ਮੁੰਡਾ ਜਿਹੜਾ ਕੈਲੀਫੋਰਨੀਆ ਰਹਿੰਦਾ ਸੀ ਉਹਨੂੰ ਕੀਤਾ, ਤੇ ਸਾਰਾ ਭੂਆ, ਇਹਦੀ ਭੂਆ ਦਾ ਫੁੱਫੜ, ਇਹਦਾ ਭੂਆ ਵੀ, ਇਹਦੀ ਫੁੱਫੜ, ਇਹਦਾ ਫੁੱਫੜ, ਉਹ ਸਾਰੇ ਇੱਥੇ ਸੈੱਟ ਵਾ। ਤੇ ਉਸ ਜਗ੍ਹਾ ਤੇ ਜਿਹੜੀ ਉਹਨਾਂ ਕੋਲ ਪਹਿਲੀ ਸੀਗੀ ਵੀ ਸੇਵਾ ਦੇ ਨਾਂ ਤੇ ਉਹਨਾਂ ਕੋਲ ਲੈ ਲਈ ਇਹਨੇ। ਹੁਣ ਇਸ ਵੇਲੇ ਵੀ ਉਸ ਜਗ੍ਹਾ ਨੂੰ ਇੱਕ ਗੁਰਦੁਆਰਾ ਬਣਾ ਕੇ ਨਿੱਕਾ ਪਰਮੇਸ਼ਰ ਦਵਾਰ ਦੇ ਨਾਂ ਨਾਲ ਇਹ ਸਾਰੇ ਜਾਣਦੇ ਆ ਉਹਨੂੰ। ਉਹ ਇਹਨੇ ਕਿੱਥੋਂ ਲਈ? ਇਸੇ ਚੱਕਰ ਦੇ ਵਿੱਚ ਆਪਣੀ ਪ੍ਰਚਾਰ ਦੀ ਆੜ ਦੇ ਵਿੱਚ ਇੰਨੀਆਂ ਮਹਿੰਗੀਆਂ ਜ਼ਮੀਨਾਂ ਇਹਨੇ ਆਪਣੇ ਨਾਂ ਕਰਵਾਈਆਂ। ਤੇ ਜਿਹੜੀ ਹੁਣ ਗੱਲਾਂ ਕਰਦਾ ਵੀ ਮੈਂ ਉੱਥੇ, ਮੇਨ ਗੱਲ ਜਿਹੜੀ ਆਪਾਂ ਨੂੰ ਜਿੱਥੋਂ ਦਰਦ ਲੱਗਾ, ਆਪਾਂ ਨੂੰ ਪ੍ਰਾਪਰਟੀਆਂ ਵੀ ਕੋਈ ਨਹੀਂ, ਵੀ ਪ੍ਰਚਾਰ ਕਰੇ, ਸਿੱਖ ਕੌਮ ਦਾ ਪ੍ਰਚਾਰ ਕਰੇ, ਪੈਸੇ ਦੀ ਗੱਲ ਹੀ ਕੋਈ ਨਹੀਂ, ਬਥੇਰਾ ਕੌਮ ਦਿੰਦੀ, ਕਈਆਂ ਨੂੰ ਦਿੱਤੇ, ਇਹ ਲੈ ਗਿਆ, ਕੋਈ ਚੱਕਰ ਨਹੀਂ। ਪਰ ਜਿਹੜਾ ਮੇਰਾ ਮੇਨ ਕੱਲ ਦਾ ਪਰਸੋਂ ਦਾ ਜਿਹੜਾ ਪਿਛਲੇ 2-3 ਦਿਨ ਦਾ ਇਨਸੀਡੈਂਟ ਅਕਾਲ ਤਖਤ ਸਾਹਿਬ ਦੇ ਨਾਲ, ਮੈਂ ਇਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ। ਇਹ ਬੰਦੇ ਨੇ ਜਦੋਂ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਲਿਆ, ਉਦੋਂ ਤੋਂ ਆਪਾਂ ਇਹਦਾ ਪੂਰਾ ਫੁੱਲ ਬਾਈਕਾਟ ਕੀਤਾ। ਕਿਉਂ? ਚਲੋ ਠੀਕ ਆ, ਇਹ ਗੱਲਾਂ ਵੀ ਮੁਨਕਰ ਨਹੀਂ, SGPC ਦੇ ਵਿੱਚ ਬਹੁਤ ਕੁਝ ਮਤਲਬ ਉਹ ਵੱਧ ਘੱਟ ਕਰਦੇ ਆ, ਪਰ ਆਪਣਾ ਸੰਬੰਧ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ। ਜਿਹੜਾ ਇਹ ਆੜ ਲੈਣ ਦਿਆ ਵੀ ਸਰਸੇ ਵਾਲੇ ਸਾਹਿਬ ਨੂੰ ਨਾ ਮਾਫ ਕੀਤਾ ਤੇ ਮੈਂ ਵੀ ਉਹਦੀ ਆੜ ਦੇ ਵਿੱਚ ਬਚਾਂਗਾ, ਪਰ ਨਹੀਂ, ਗੱਲ ਇਹ ਆ ਵੀ ਉਹਨਾਂ ਨੇ ਕੀਤਾ ਨਹੀਂ ਕੀਤਾ ਉਹ ਭੁਗਤਣ। ਉਹਨਾਂ ਨੇ ਹੁਣ ਨਵਾਂ ਜਥੇਦਾਰ ਆਇਆ, ਆਪਾਂ ਉਹਦੀਆਂ ਜਿਹੜੀਆਂ ਪਿਛਲੀਆਂ ਗਤੀਵਿਧੀਆਂ, ਬਹੁਤਾਤ ਸਿੱਖ ਕੌਮ ਜਿਹੜੀ ਉਹਨਾਂ ਦੇ ਨਾਲ ਸੰਤੁਸ਼ਟ ਵਾ। ਉਹਨਾਂ ਨੇ ਇਹਨੂੰ ਪਿਛਲੇ 7-8 ਮਹੀਨੇ ਤੋਂ ਪੂਰਾ ਇਹਨੂੰ ਟਾਈਮ ਦੇ ਰਹੇ ਆ ਵੀ ਤੂੰ ਆਣ ਕੇ ਆਪਣੀ ਗੱਲ ਰੱਖ। ਜਿਹੜਾ ਕੱਲ ਪਰਸੋਂ ਦਾ ਰੌਲਾ ਪਾ ਰਿਹਾ ਵੀ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੇਰੇ ਨਾਲ ਮੀਡੀਆ 'ਚ ਆਣ ਕੇ ਗੱਲ ਕਰਨ, ਕਿਉਂ ਬਈ ਤੇਰੇ ਨਾਲ ਕਿਉਂ ਕਰਨ? ਤੂੰ ਕੌਣ ਆ? ਉਹਨਾਂ ਨੇ ਕਮੇਟੀ ਬਣਾਈ ਸੀ ਤੇਰੇ ਨਾਲ ਗੱਲ ਕਰਨ ਦੇ ਲਈ, ਉਹਨਾਂ ਨੇ ਤੇਰੇ ਕੋਲ ਮੰਗ ਕੇ ਵੀ ਟਾਈਮ ਲਿਆ। ਜਦੋਂ ਪ੍ਰਸ਼ਾਸਨ ਨੇ ਵਿੱਚ ਪੈ ਕੇ ਤੈਨੂੰ ਜਿਹੜਾ ਪਟਿਆਲੇ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਸਾਹਿਬ, ਤੂੰ ਆਪਣੀ ਜ਼ੁਬਾਨ ਦੇ ਨਾਲ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੀ, ਮੈਂ ਇੰਨੇ ਵਜੇ ਉੱਥੇ ਆਵਾਂਗਾ। ਉਹ ਬੰਦੇ ਤੇਰੀ ਵੇਟ ਕਰਕੇ ਗਏ, ਤੂੰ ਨਹੀਂ ਗਿਆ। ਦੂਜਾ ਚੈਪਟਰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਾਅਦ ਚ ਕਮੇਟੀ ਬਣੀ, ਉਹਨਾਂ ਨੇ ਤੈਨੂੰ 3 ਵਾਰੀ ਮੌਕੇ ਦਿੱਤੇ ਵੀ ਤੂੰ ਆ, ਮੀਡੀਆ ਆਪਣਾ ਨਾਮ ਲੈ ਕੇ ਆ, ਸਾਰੀ ਲਾਈਵ ਟੈਲੀਕਾਸਟ ਹੋਊਗਾ ਸਾਰੀ ਚੀਜ਼ ਦਾ। ਤੈਨੂੰ ਜਿਹੜੇ ਇਤਰਾਜ਼ ਆ ਸਾਨੂੰ ਦੱਸ, ਅਸੀਂ ਤੇਰਾ ਜਵਾਬ ਦੇਵਾਂਗੇ। ਜਿਹੜੇ ਸਾਡੇ ਸਵਾਲ ਆ ਤੂੰ ਜਵਾਬ ਦੇ। ਅਸੀਂ ਬਾਸੀ ਸਾਹਿਬ ਇਹਨੂੰ ਕਿਹਾ ਢੱਡਰੀਆਂ ਵਾਲੀ ਨੂੰ ਬਈ ਤੂੰ ਜੋ ਵੀ ਆ ਉਹਨਾਂ ਨਾਲ ਗੱਲ ਕਰਨਾ ਆਪਣਾ ਫਰਜ਼ ਬਣਦਾ, ਜੋ ਵੀ ਗਿਲੇ ਸ਼ਿਕਵੇ ਆ ਉਹ ਇੱਕ ਸਾਈਡ ਤੇ ਆ। ਜਿਹੜੇ ਤੂੰ ਕਹਿੰਦਾ ਵੀ ਮੇਰੇ ਸਵਾਲ ਆ ਅੰਮ੍ਰਿਤ ਇੰਨੀਆਂ ਤਰ੍ਹਾਂ ਦੇ ਆ, ਆਹ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ, ਤੂੰ ਜੇ ਇਹਨਾਂ ਗੱਲਾਂ ਦੇ ਇਤਰਾਜ਼ ਆ ਲੋਕਾਂ ਨੂੰ ਦੱਸਣਾ ਚਾਹੁੰਦਾ, ਸਾਰੇ ਤੂੰ ਕਹਿਣਾ ਚਾਹੁੰਦਾ ਵੀ ਮੈਂ ਪੰਜਾਬ ਦੀ ਜਵਾਨੀ ਨੂੰ ਦੱਸਣਾ ਚਾਹੁੰਦਾ, ਤੇ ਕੀ ਗੱਲ ਉਹਨਾਂ ਦੇ ਸਾਹਮਣੇ ਤੇਰੀ ਜ਼ੁਬਾਨ ਨਹੀਂ ਖੁੱਲਦੀ? ਤੂੰ ਕਹਿਣਾ ਵੀ ਮੈਂ ਇੱਕ ਬੜੀ ਵੱਡੀ ਗੱਲ ਆ, ਮੈਂ ਉਹਨਾਂ ਦੇ ਪੈਰਾਂ 'ਚ ਨਹੀਂ ਬਹਿਣਾ। ਤੇ ਤੂੰ ਜਦੋਂ ਉਹਨਾਂ ਨੇ ਤੈਨੂੰ ਉੱਥੇ ਬੁਲਾਇਆ ਬੜੇ ਸਲੀਕੇ ਦੇ ਨਾਲ, ਮੀਡੀਆ ਦੇ ਸਾਹਮਣੇ ਸਾਰੀਆਂ ਗੱਲਾਂ ਹੋਣੀਆਂ, ਤੇ ਤੂੰ ਕਿਉਂ ਨਹੀਂ ਆਪਣੀਆਂ ਗੱਲਾਂ ਉੱਥੇ ਰੱਖੀਆਂ? 3 ਵਾਰੀ ਉਹਨਾਂ ਨੇ ਮੌਕਾ ਦਿੱਤਾ ਇਹਨੂੰ। ਇਹਨੇ ਕਿਹਾ ਵੀ ਮੈਨੂੰ ਬੰਦੇ ਦੱਸੋ ਕਿਹੜੇ ਬੰਦੇ ਆ ਕਮੇਟੀ ਦੇ ਵਿੱਚ, ਫਿਰ ਮੈਂ ਆਵਾਂਗਾ। ਉਹਨਾਂ ਨੇ ਬੰਦੇ ਵੀ ਦੱਸੇ, ਫਿਰ ਕਹਿਣ ਲੱਗ ਪਿਆ ਇਹ ਬੰਦਿਆਂ ਨਾਲ ਮੇਰੀ ਬਣਨੀ ਨਹੀਂ, ਉਹਨਾਂ ਮੇਰੀ ਮੰਨਣੀ ਨਹੀਂ, ਜਾਣਦਾ। ਵੀ ਗੱਲ ਤੇ ਬਾਸੀ ਸਾਹਿਬ ਇਹ ਆ, ਤੂੰ ਆਪਣਾ ਪੱਖ ਰੱਖ, ਸੰਗਤ ਦੁਨੀਆ ਦੀ ਸੁਣ ਲੈ,
ਤੇਰੀ ਗੱਲ ਸੱਚੀ ਆ, ਜਿਹੜੇ ਤੂੰ ਸਵਾਲ ਕਰਨ ਦਿਆਂ ਵੀ ਮੇਰੇ ਆਹ ਸਵਾਲ ਆ ਇਹਨਾਂ ਸੰਪਰਦਾਇਆਂ ਦੇ ਉੱਪਰ, ਉਹ ਜਵਾਬ ਦੇਣ, ਸੰਗਤ ਆਪੇ ਫੈਸਲਾ ਕਰ ਲੂ ਤੂੰ ਸੱਚਾ ਜਾਂ ਉਹ ਸੱਚੇ। ਤੁਸੀਂ ਇੱਕ ਆਫ ਦੀ ਏਅਰ ਵੀ ਗੱਲ ਕੀਤੀ ਸੀ, ਸ਼ਾਰਟ ਮੈਂ ਰੱਖਾਂਗਾ, ਉਸ ਤੋਂ ਬਾਅਦ 2-3 ਮਿੰਟ ਲਈ ਟੈਲੀਫੋਨ ਲਾਈਨ ਓਪਨ ਕਰਾਂਗਾ ਕਿਉਂਕਿ ਮੈਂ ਬਾਜੀ ਸਾਹਿਬ ਦੱਸਣੀ ਚਾਹਣਾ ਉਹ ਜਿਹੜੀ ਗੱਲ ਆਪਾਂ ਕਰਦੇ ਵੀ ਇਹ ਪ੍ਰਚਾਰ ਦੇ ਵਿੱਚ ਆਪਣੀ ਆੜ ਲੈਣ ਦਿਆ ਬਿਜ਼ਨਸਮੈਨ, ਉਹ ਕਿਦਾਂ ਇੱਕ ਪਟਿਆਲੇ ਦਾ ਬੜਾ ਨਾਮਵਰ ਰੀਅਲ estate ਵਾ, ਜਿਹੜੇ ਇਹਨੂੰ ਜਾਣਦੇ ਆ ਉਹ ਪੁੱਛ ਸਕਦੇ ਆ, ਪਤਾ ਕਰ ਸਕਦੇ। ਮੈਂ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ, ਇਹ ਉਹਨਾਂ ਪ੍ਰਾਪਰਟੀਆਂ ਦੇ ਵਿੱਚ ਹਿੱਸੇਦਾਰ ਉਹਦੇ ਥਰੂ ਹੈਗਾ ਕਿ ਨਹੀਂ ਹੈਗਾ। ਸਾਰਿਆਂ ਨੂੰ ਵੱਡੀ ਗੱਲ ਬਾਸੀ ਸਾਹਿਬ, ਮੈਨੂੰ ਇੱਥੇ ਆਏ ਨੂੰ 15 ਸਾਲ ਹੋ ਗਏ ਆ, ਅਸੀਂ ਅਜੇ ਪੂਰੀ ਜਾਣਕਾਰੀ ਨਹੀਂ ਰੱਖਦੇ ਸ਼ੇਅਰ ਮਾਰਕੀਟ ਦੀ। ਇਹ ਬੰਦਾ 5 ਜਮਾਤਾਂ ਪੜ੍ਹਿਆ, 5 ਜਮਾਤਾਂ ਸਕੂਲੇ ਗਿਆ, ਇਹਨੂੰ ਕਿੰਨੇ ਦੱਸਤਾ ਵੀ ਤੂੰ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾ। 7 ਕਿੱਲੇ ਇਹਦੇ ਪਿਓ ਦੀ ਜ਼ਮੀਨ ਆ, 7 ਕਿੱਲੇ, 7 ਕਿੱਲਿਆਂ ਵਾਲਾ ਜ਼ਿਮੀਂਦਾਰ ਪੰਜਾਬ ਦੇ ਵਿੱਚ ਸ਼ੇਅਰ ਮਾਰਕੀਟ ਬਾਰੇ ਸੋਚ ਸਕਦਾ? ਜੇ ਕੋਈ ਸੋਚ ਸਕਦਾ ਤਾਂ ਤੁਸੀਂ ਮੈਨੂੰ ਮੇਰੇ ਸਾਹਮਣੇ ਲਿਆ ਦਿਓ। ਇਹ ਪੈਸਾ ਸ਼ੇਅਰ ਮਾਰਕੀਟ ਦੇ ਵਿੱਚ ਉੱਥੇ ਲਾਉਣਾ, ਉਹ ਪੈਸਾ ਕਿੱਥੋਂ ਆ ਰਿਹਾ? ਇੱਕ ਬਾਸੀ ਸਾਹਿਬ ਮੈਂ ਹੋਰ ਦੱਸਣੀ ਚਾਹੁੰਦਾ, ਇਹਦਾ ਬਿਜ਼ਨਸ ਦਾ ਜਿਹੜਾ ਵੱਡੇ ਇਹਨੇ ਆਪਣੇ ਹੁਣ ਇਹੀ ਤੇ ਜਾਂਦਾ, ਮੈਂ ਸਟੇਜਾਂ ਬੰਦ ਕਰਤੀਆਂ, ਉਹ ਸਟੇਜਾਂ ਐਵੇਂ ਨਹੀਂ ਬੰਦ ਹੋਈਆਂ, ਇਹਨੂੰ ਪਤਾ ਤੇਰੇ ਸੋਰਸ ਬੜੇ ਇਹਨੇ ਆਪਣੇ ਡਿਵੈਲਪ ਕਰ ਚੁੱਕਾ। ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ ਦੱਸਣੀ ਚਾਹਾਂਗਾ, ਜੀ ਗੋ ਹੈਡ। ਕੈਲੀਫੋਰਨੀਆ ਦੇ ਵਿੱਚ ਅਟਵਾਲ ਨਾਂ ਦਾ ਬੰਦਾ ਜਿਹੜਾ ਇਹਨੂੰ ਸੱਦਦਾ, ਸਾਰਿਆਂ ਨੂੰ ਪਤਾ, ਉਹਨੇ ਬੰਦੇ ਨੇ ਜਿਹੜਾ ਮਰਜ਼ੀ ਬੰਦਾ ਮੇਰੇ ਤੋਂ ਪ੍ਰੂਫ ਲੈ ਲੇ ਆਣ ਕੇ, 3 ਟਰੱਕ ਇਹਦੇ ਨਾਂ ਤੇ, ਚਲੋ ਇਹ ਵੀ ਆਪਾਂ ਮੰਨਦੇ ਇਹਨੇ ਪੈਸਾ ਤੇ ਉਹਨਾਂ ਨੇ ਦਿੱਤਾ ਇਹਨਾਂ ਨੂੰ, ਇਹਦੇ ਨਾਂ ਦੇ 3 ਟਰੱਕ ਪਾਏ ਆ। ਉਹਨਾਂ 3 ਟਰੱਕਾਂ ਦੀ ਆਮਦਨ ਐਵਰੀ ਮੰਥ ਇਹਨੂੰ ਜਾਂਦੀ ਆ ਕਿ ਨਹੀਂ ਜਾਂਦੀ, ਇਹ ਅਕਾਊਂਟ ਆਪਣੀ ਚੈੱਕ ਕਰਵਾ ਦੇ, ਇੱਥੋਂ ਕਿੰਨਾ ਪੈਸਾ ਅਟਵਾਲ ਦੀ ਕੰਪਨੀ ਚੋਂ ਇਹ ਉੱਥੇ ਜਾ ਰਿਹਾ। ਇਹ ਕਿਹੜੀ ਇਹ ਕਮਾਈ ਕਰਨ ਆਉਂਦਾ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲੱਗ ਰਹੇ ਆ, ਜਿਹੜੇ ਟਰੱਕਿੰਗ ਦੇ ਵਿੱਚ ਮੈਂ ਵੀ ਟਰੱਕਿੰਗ ਦੇ ਵਿੱਚ ਆ, 3 ਟਰੱਕ ਲੈਣੇ ਅੱਜ ਦੀ ਡੇਟ 'ਚ, ਇੱਕ ਟਰੱਕ ਰਫਲੀ $2 ਲੱਖ ਦਾ ਬਣ ਜਾਂਦਾ, 3 ਟਰੱਕ ਲੈ ਕੇ ਚਲਵਾਉਣੇ, ਉਹ ਕਿਹੜਾ ਬਿਜ਼ਨਸਮੈਨ ਆ ਇਹ? ਅੱਛਾ, ਐਨੀਵੇ ਆਪਣੇ ਤੁਹਾਡਾ ਸ਼ੁਭ ਨਾਮ ਕੀ ਸਰ? ਓਂਕਾਰ ਸਿੰਘ। ਓਂਕਾਰ ਸਿੰਘ, ਕਿਉਂਕਿ ਸ਼ੋਅ ਨੂੰ ਬੈਲੈਂਸ ਕਰਨ ਦੇ ਵਾਸਤੇ ਅਸੀਂ 5 ਮਿੰਟ ਲਈ ਟੈਲੀਫੋਨ ਲਾਈਨ ਓਪਨ ਕਰਾਂਗੇ, ਕਿਉਂਕਿ ਉਸ ਤੋਂ ਬਾਅਦ ਸਾਡੇ ਅਮਰੀਕਾ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨ ਜੀ 4 ਕਾਲਰਸ, ਸੋ ਓਂਕਾਰ ਸਿੰਘ ਨਾਲ ਗੱਲ ਕਰ ਸਕਦੇ ਹੋ। ਕਾਲਰ ਤੁਸੀਂ ਸਵਾਲ ਕੀ ਕਰਨਾ ਚਾਹੁੰਦੇ ਹੋ? ਸੁਰ ਸਾਹਿਬ ਤੁਸੀਂ ਨੰਬਰ 4 ਤੇ ਕਾਲ ਕਰੋ। ਹਾਂਜੀ ਨੰਬਰ 4 ਜੀ। ਕਾਲਰ ਤੁਸੀਂ ਕੀ ਪੁੱਛਣਾ ਚਾਹੁੰਦੇ, ਬੋਲੋ ਜੀ। ਹਾਂਜੀ, ਮੈਂ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ, ਜਿਹੜਾ ਸ਼ੇਅਰ ਮਾਰਕੀਟ 'ਚ ਪੈਸਾ ਲਾ ਲਿਆ, ਹਾਂਜੀ ਬੋਲੋ। ਸਾਰੇ ਬਿਜ਼ਨਸਮੈਨ ਨੇ, ਕੋਈ ਵੀ ਕਿਤੇ ਪੈਸਾ ਲਾਵੇ, ਇਹਨਾਂ ਨੂੰ ਮੈਂ ਕੋਈ ਢੰਡਰੀ ਵਾਲੇ ਦਾ ਸਪੋਰਟਰ ਨਹੀਂ ਹੈਗਾ, ਨਾ ਮੈਂ ਇਹਨੂੰ ਕਦੇ ਅੱਜ ਤੱਕ ਸੁਣਿਆ। ਮੈਂ ਤਾਂ ਇੱਕ ਐਜ਼ ਏ ਪਰਸਨ ਇੰਡੀਵਿਜੂਅਲ ਗੱਲ ਕਰਨੀ ਚਾਹੁੰਦਾ ਵੀ ਇਹ ਭਾਈ ਸਾਹਿਬ ਇੰਨਾ ਕੁਝ ਫਲਾਨਾ ਗਾ ਲਿਆ, ਮੈਨੂੰ ਜਵਾਬ ਦੇਵੇ, ਕਿਉਂ ਕਿਸੇ ਨੂੰ ਕੋਈ ਜਵਾਬ ਦੇਵੇ? ਜਿੱਦਾਂ ਜਿਹਦਾ ਸੌਦਾ ਵਿਕਦਾ ਅਗਲਾ ਵੇਚਦਾ, ਇਹ ਵੀ ਕੁਝ ਕਰਦੇ ਹੀ ਹੋਣੇ ਆ। ਹੁਣ ਜੇ ਮੰਨ ਲਓ ਇਹ ਟਰੱਕ ਚਲਾਉਂਦੇ ਆ, ਇਹ ਕਿਸੇ ਖਾਤੇ ਟਰੱਕ ਚਲਾਉਣਾ ਛੱਡ ਦੇਣਗੇ? ਨਹੀਂ ਛੱਡ ਸਕਦੇ। ਉਹ ਬੰਦਾ ਆਪਦਾ ਬਿਜ਼ਨਸ ਕਰ ਰਿਹਾ, ਠੀਕ ਆ, ਉਹਦਾ ਪਤਾ ਹੀ ਆ ਵੀ ਕਮਰਸ਼ੀਅਲ ਹੈਗਾ, ਉਹ ਕੋਈ ਸੇਵਾ ਥੋੜੀ ਕਰਦਾ ਕਿਸੇ ਦੀ ਵੀ ਫ੍ਰੀ ਕਰਦਾ ਆ, ਉਹ ਹਰ ਇੱਕ ਚੀਜ਼ ਦੇ ਪੈਸੇ ਲੈਂਦਾ ਆ। ਐਵੇਂ ਬਿਨਾਂ ਮਤਲਬ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਵੀ ਟਰੱਕ ਚਲਾਉਂਦਾ ਜੀ, ਮੈਂ ਕਿਸੇ ਨੂੰ 4 ਟਰੱਕ ਲੈ ਕੇ ਦੇ ਦੇਵਾਂ, ਕਿਸੇ ਦਾ ਵੀ ਢਿੱਡ ਦੁਖਦਾ ਇਹਦੇ ਵਿੱਚ, ਕੋਈ ਚਾਹੇ ਸਾਰਾ ਘਰ ਲਟਾ ਦੇਵੇ, ਕਿਸੇ ਨੂੰ ਲੋਕ ਲਟਾਈ ਜਾਂਦੇ ਆ ਸਾਧਾਂ ਨੂੰ। ਏਦਾਂ ਹੀ ਜੇ ਕਿਸੇ ਨੇ ਅਮਰੀਕਾ 'ਚ ਲੈ ਕੇ ਪਾਏ ਹੋ ਟਰੱਕ ਦੇ, ਕੋਈ ਮਾੜੀ ਗੱਲ ਨਹੀਂ ਹੈਗੀ। ਇਹਨਾਂ ਨੂੰ ਬਸ ਓਦਾਂ ਸਬਰ, ਆਪਣਾ ਕੁਝ ਕਰਨ ਲੱਗ ਪੈਣਾ ਨਾ, ਮਿਹਰਬਾਨੀ ਜੀ, ਥੈਂਕ ਯੂ ਸੋ ਮਚ। 5 ਬੜਿਆ ਚਾਹੇ 4 ਬੜਿਆ, ਇੰਨੀ ਤਕਲੀਫ ਇਦਾਂ ਨਹੀਂ ਕਹਿਣਾ ਚਾਹੀਦਾ ਕਿਸੇ ਨੂੰ, ਮੈਨੂੰ ਲੱਗਦਾ। ਥੈਂਕ ਯੂ ਜੀ। ਤਕਲੀਫ ਸ਼ਬਦ ਵਰਤਨ ਤੇ ਤੁਹਾਨੂੰ ਆਗੇ ਨਹੀਂ, ਆਈ ਕੰਡੈਮ ਯੂ, ਔਰ ਸ਼ਬਦਾਂ ਦੀ ਸਹੀ ਵਰਤੋਂ ਕਰੋ ਪਲੀਜ਼। ਹਾਂਜੀ, ਅਗਲੀ ਕਾਲ ਜੀ। ਬਾਸੀ ਸਾਹਿਬ, ਚਲੋ ਜੋ ਵੀ ਹੈ ਠੀਕ ਹੈ, ਆਈ ਡੋਂਟ ਨੋ ਵੀ ਕਿਹੜੇ ਵੱਲੋਂ ਸਪੋਕਸ ਪਰਸਨ ਲੱਗਦੇ ਸੀਗੇ, ਤੇ ਮੈਂ ਤਾਂ ਇੱਕ ਗੱਲ, ਜੇ ਇਹ ਇੰਨੇ ਸਵਾਲ ਪੁੱਛਦੇ ਨੇ, ਸਵਾਲ ਪੁੱਛਣ ਦਾ ਹਰੇਕ ਨੂੰ ਹੱਕ ਆ। ਅੱਜ ਅਰਬਾਂ ਰੁਪਈਆ ਪਿੰਡਰਾਂ ਵਾਲੇ ਦੇ ਮੁੰਡੇ ਦੇ ਕੋਲੋਂ ਕਿੱਥੋਂ ਆ ਗਿਆ, ਉਹਦਾ ਜਵਾਬ ਦੇ ਦੇਣਾ ਜੀ। ਥੈਂਕ ਯੂ। ਆਈ ਸੀ। ਸੋ ਕਿਸੇ ਨੇ ਸਵਾਲ, ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਅਸੀਂ 5 ਮਿੰਟ ਟੈਲੀਫੋਨ ਲਾਈਨ ਜੀ, ਬੋਲੋ। ਦੇਣਾ ਚਾਹੁੰਦਾ, ਜੋ ਮੈਨੂੰ ਦੱਸ ਦਿਓ, ਜੋ ਟਾਈਮ ਹੋਇਆ ਨਾ ਮੈਂ। ਹਾਂਜੀ ਬੋਲੋ ਜੀ, ਬੋਲੋ ਕੀ ਜੀ। ਤਾਂ ਪਹਿਲਾਂ ਗੱਲ ਰਿਹਾ, ਮੈਂ ਉਹਨਾਂ ਦੀ ਜਵਾਬ ਦੇਣੀ ਚਾਹਣਾ ਵੀ ਠੀਕ ਆ, ਹਰੇਕ ਬੰਦੇ ਨੂੰ ਹੱਕ ਆ ਬਿਜ਼ਨਸ ਕਰਨ ਦਾ। ਬਾਜੀ ਸਾਹਿਬ, ਮੈਂ ਦੱਸਦਾ ਸ਼ਰੇਆਮ ਕਿ ਮੈਂ ਟਰੱਕਿੰਗ ਕਰਦਾ, ਤੇ ਮੈਂ ਤੁਹਾਨੂੰ ਟਰੱਕਿੰਗ ਬਾਰੇ ਜੋ ਮੈਨੂੰ ਆ, ਮੈਂ ਸ਼ਰੇਆਮ ਆਪਣਾ ਓਪਨ ਕਰਨਾ ਚਾਹੁੰਦਾ ਵੀ ਮੇਰੇ ਤੋਂ ਕੀ ਇਨਕਮ ਆ, ਹਨਾ। ਹੁਣ ਮੈਂ ਨਾਲ ਆਵਾਂ ਟਰੱਕਿੰਗ ਦਾ ਕੰਮ ਮੈਂ ਕਰਾਂ, ਇਨਕਮ ਮੈਨੂੰ ਆਵੇ ਕਿਤੇ ਹੋਰੋਂ, ਉਹ ਹੈ ਪ੍ਰਚਾਰਕ ਆ, ਤਾਂ ਇਨਕਮ ਉਹਨੂੰ ਆ ਰਹੀ ਆ ਸ਼ੇਅਰ ਮਾਰਕੀਟ ਦੀ, ਇਨਕਮ ਉਹਨੂੰ ਆ ਰਹੀ ਆ ਟਰੱਕਿੰਗ ਦੀ,
ਇਨਕਮ ਉਹਨੂੰ ਆ ਰਹੀ ਆ ਰੀਅਲ ਸਟੇਟ ਦੀ। ਹੁਣ ਆਪਾਂ ਇੱਥੇ ਆਏ ਆ, ਆਪਾਂ ਇਹਨਾਂ ਐਡੇ ਵੀ ਨਿਆਣੇ ਨਹੀਂ ਵੀ ਜੇ ਆਪਾਂ ਨੂੰ ਇੰਨੀਆਂ ਨਿੱਕੀਆਂ ਗੱਲਾਂ ਦਾ ਨਾ ਪਤਾ ਲੱਗੇ। ਰਹੀ ਗੱਲ ਦੂਜੀ ਆ ਭਾਈ ਸਾਹਿਬ ਪੁੱਛ ਕੇ ਗਏ ਭਿੰਡਰਾਂ ਵਾਲੇ ਨੂੰ, ਉਹ ਨਾ ਜੇ ਚਲੋ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਉਂ ਆਪਾਂ ਉਹਨਾਂ ਦੇ ਨਾਲ ਨਹੀਂ ਰਹੇ, ਜੇ ਉਹ ਕਰਦੇ ਸਿੱਧਾ ਉਹ ਵੀ ਇੱਥੇ ਰਹਿੰਦੇ ਉਹਨਾਂ ਕੋਲ ਜਵਾਬ ਲੈ ਲੈਣ। ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ, ਜੇ ਉਹ ਕਰਦੇ ਇਹਦਾ ਮਤਲਬ ਵੀ ਇਹਨੂੰ ਵੀ ਛੂਟ ਦੇ ਦਈਏ ਆਪਾਂ। ਜੇ ਗੁਰਬਚਨ ਸਿੰਘ ਜਥੇਦਾਰ ਗਲਤ ਸੀਗਾ ਤੇ ਆਪਾਂ ਕੀ ਗੱਲ ਉਹਦੀ ਆੜ ਚ ਇਹਨੂੰ ਵੀ ਕਹਿ ਦਈਏ ਵੀ ਤੂੰ ਵੀ ਆਪਣੀਆਂ ਮਨਮਰਜ਼ੀਆਂ ਕਰ। ਗੱਲ ਇਹ ਆ, ਗੱਲ ਅਸੂਲਨ ਆਪਾਂ ਜੁੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ। ਜਥੇਦਾਰ ਕਈ ਆਉਣੇ ਕਈ ਜਾਣੇ, ਪਰ ਗੱਲ ਇਹ ਆ ਆਪਾਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਆ ਆਪਾਂ ਉਹਦੇ ਨਾਲ ਜੁੜਨਾ, ਨਾ ਕਿ ਆਪਾਂ ਕੋਈ ਅੱਜ ਆਇਆ ਕੱਲ ਨੂੰ ਚਲ ਗਿਆ ਉਹਦੇ ਨਾਲ ਆਪਾਂ ਨਹੀਂ ਜੁੜਨਾ। ਆਪਾਂ ਹਰਪ੍ਰੀਤ ਸਿੰਘ ਹੋਣਾ ਦਾ ਮੈਂ ਨਹੀਂ ਕਦੀ ਉਹਨਾਂ ਨੂੰ ਮਿਲਿਆ, ਪਰ ਆਪਾਂ ਇਹ ਗੱਲ ਚਾਹੁੰਦੇ ਆ ਵੀ ਉਹਨਾਂ ਨੇ ਇਹਨੂੰ ਮੌਕਾ ਦਿੱਤਾ। ਇਹ ਜੇ ਕਹਿੰਦਾ ਵੀ ਮੈਂ ਸੱਚਾ, ਜਵਾਬ ਕਿਉਂ ਨਹੀਂ ਦਿੰਦਾ? Okay, fine. Just take a 10-minute ਹੋਰ ਕਾਲਰ, only 3 minutes ਅਸੀਂ ਕਾਲ ਰਹੇ ਹਾਂ। ਨੰਬਰ 4 ਪਲੀਜ਼। ਹਾਂਜੀ ਬੋਲੋ ਜੀ ਕਾਲਰ। ਸਤਿ ਸ੍ਰੀ ਅਕਾਲ ਜੀ। ਜੀ ਗੱਲ ਕਰੋ ਸਰ। ਵਾਸੀ ਸਾਹਿਬ ਇੱਥੇ ਜਿਹੜੇ ਸਾਧ ਹੈ ਇਹਨੇ ਸਾਰੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਆ। ਹੁਣ ਇਹ ਕਹਿੰਦਾ ਹੈ ਕਿ ਜ਼ਮੀਨ ਮੇਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੈ, ਤੇ ਗੱਡੀ ਜਿਹੜੀ ਇਹਦੀ ਰੋਲਸ ਰਾਇਸ ਹੈ ਉਹ ਕਿਹਦੇ ਨਾਮ ਹੈ? ਗੱਡੀ ਜਿਹੜੀ ਇਹਦੀ ਆਡੀ ਹੈ ਉਹ ਕਿਹਦੇ ਨਾਮ ਹੈ? ਗੱਡੀ ਜਿਹੜੀ ਇਹਦੀ ਬੈਂਟਲੀ ਹੈ ਉਹ ਕਿਹਦੇ ਨਾਮ ਹੈ? ਇੱਕ ਬੈਂਟਲੀ ਵੀ ਹੈ। ਸਾਰੀਆਂ ਗੱਡੀਆਂ ਵਾਸੀ ਸਾਹਿਬ A to Z ਇਹਦੇ ਕੋਲ। ਓ ਮਾਈ ਗॉड। ਪਤਾ ਹੈ ਪੰਜਾਬ ਦੇ ਵਿੱਚ ਪੈਸਾ ਕਮਾਉਣਾ ਕਿੰਨਾ ਔਖਾ ਆ, ਅਨਪੜ੍ਹ ਬੰਦਾ ਖਾਸ ਕਰ। ਮੈਂ ਤੇ ਤੁਹਾਨੂੰ ਆਪਣੇ ਜੀ ਅਗਲੀ ਕਾਲ ਪਲੀਜ਼, ਨੈਕਸਟ ਕਾਲ ਜੀ। ਸੋਚ ਨਹੀਂ ਸਕਦੇ ਇਹਦੇ ਕੋਲ ਰੋਲਕਸ ਦੀਆਂ ਕਿੰਨੀਆਂ ਘੜੀਆਂ ਨੇ, ਗੱਡੀਆਂ ਤੋਂ ਦੂਰ ਦੀ ਗੱਲ। ਆਈ ਸੀ। ਅਗਲੀ ਕਾਲ ਪਲੀਜ਼। ਹਾਂਜੀ ਅਗਲੀ ਕਾਲ ਜੀ। ਸਿੱਧੂ ਸਾਹਿਬ ਕਾਲ ਦਿਓ। ਹਾਂਜੀ ਬੋਲੋ ਕਾਲਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ। ਅੱਛਾ ਭਾਜੀ ਆਪਣੇ ਜਿਹੜੇ ਆਪਣੇ ਤੁਸੀਂ ਚੱਲ ਰਿਹਾ ਆਪਣਾ ਸਾਰੇ ਵਿਚਾਰ ਰੱਖ ਰਹੇ ਆ, ਇਹ ਸਾਰੇ ਆਫ ਦਾ ਲਾਈਨ ਕਰਦੇ ਆ। ਪਰ ਪ੍ਰੋਬਲਮ ਤਾਂ ਇਹ ਹੈ ਕਿ ਉਹ ਦਸਮ ਗ੍ਰੰਥ ਬਾਰੇ ਜਾਂ ਮਾਈ ਭਾਗੋ ਬਾਰੇ ਜਾਂ ਗੁਰਦੁਆਰਿਆਂ ਬਾਰੇ ਕਿ ਜਾਂ ਸਰੋਵਰ ਦੇ ਅੰਮ੍ਰਿਤ ਬਾਰੇ ਜਿਹੜੀ ਗੱਲ ਚੱਲਦੀ ਆ ਉਹਦੇ ਬਾਰੇ ਤਾਂ ਕੋਈ ਇਕੱਲੇ ਨਹੀਂ ਕਰ ਰਿਹਾ। ਉਹ ਜਿਹੜੀ ਆਪਣੀ ਜਥੇਦਾਰ ਸਾਹਿਬ ਆ ਉਹਨਾਂ ਨੂੰ ਉਹਦੀ ਮੈਂਟਲੀ ਤੋਂ ਪ੍ਰੋਬਲਮ ਨਹੀਂ ਹੈਗੀ, ਉਹਦੇ ਬਿਜ਼ਨਸ ਤੋਂ ਉਹਦੀ ਪ੍ਰੋਬਲਮ ਹੈਗੀ। ਸਿਰਫ ਤਾਂ ਪ੍ਰੋਬਲਮ ਉਹ ਆ ਕਿ ਜਿਹੜੀ ਉਹ ਉਹਨਾਂ ਨੂੰ ਲੱਗਦਾ ਕਿ ਗਲਤ ਬਿਆਨਬਾਜ਼ੀ ਕੀਤੀ, ਉਹਦੇ ਬਾਰੇ ਤਾਂ ਕੋਈ ਵਿਚਾਰ ਦੱਸ ਨਹੀਂ ਰਿਹਾ। ਮਿਹਰਬਾਨੀ। ਜਾਂਦੇ ਨੈਕਸਟ ਕਾਲ ਪਲੀਜ਼। ਨੈਕਸਟ ਕਾਲ। ਹਾਂਜੀ ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਸੀ ਸਾਹਿਬ ਜੀ। ਮੈਂ ਸਿਰਫ ਇਹੀ ਗੱਲ ਕਰਨੀ ਆ, ਮੈਂ ਕੋਈ ਇਹਨਾਂ ਦਾ ਸਪੋਰਟਰ ਨਹੀਂ ਢੰਡਰੀਆਂ ਵਾਲਿਆਂ ਦਾ, ਤੇ ਉਹਨਾਂ ਨੇ ਸਿਰਫ ਇਹੀ ਗੱਲ ਉਹ ਜਿਹੜਾ ਵੀ ਕੁਝ ਬਿਜ਼ਨਸ ਕਰਦੇ ਹੈਗੇ ਆ, ਜੋ ਵੀ ਕੁਝ ਕਰਦੇ ਹੈਗੇ ਆ ਉਹ ਉਹਨਾਂ ਦਾ ਆਪ ਦਾ ਹੈਗਾ। ਦੂਜੀ ਗੱਲ ਜਿਹੜੀ ਆਪਣੇ ਸਿੰਘ ਸਾਹਿਬ ਉਹਨਾਂ ਨੇ ਕਿਹਾ ਹੈਗਾ ਕਿ ਉਹ ਢੰਡਰੀਆਂ ਵਾਲੇ ਸਾਹਿਬ ਇੱਥੇ ਆਉਣ, ਤੇ ਉਹਨਾਂ ਦਾ ਮਤਲਬ ਤਾਂ ਸਿਰਫ ਇਹੀ ਹੈ ਬਾਸੀ ਸਾਹਿਬ। ਜੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਹੋਵੇ ਮੈਂ ਤੁਹਾਡੇ ਨਾਲ ਸਿੱਧੀ ਕਰਾਂ, ਪਹਿਲਾਂ ਮੈਂ ਸਿੱਧੂ ਸਾਹਿਬ ਨੂੰ ਦੱਸੂਗਾ, ਸਿੱਧੂ ਸਾਹਿਬ ਤੁਹਾਨੂੰ ਦੱਸਣਗੇ, ਤਾਂ ਫਿਰ ਤੁਸੀਂ ਸਿੱਧੂ ਸਾਹਿਬ ਨੂੰ ਦੱਸੋਗੇ। ਉਹ ਕਹਿੰਦੇ ਵੀ ਆ ਜਾਓ ਸਾਹਮਣੇ ਬਹਿ ਜਾਓ, ਤੇ ਜਿਹੜੀ ਕੋਈ ਗੱਲ ਹੈ ਉਹ ਪੁੱਛਣ, ਉਹ ਸ਼ਰੇਆਮ ਸਾਹਮਣੇ ਲਾਈਵ ਹੋ ਜੂ। ਇਹ ਤਾਂ ਹੁਣ ਜਿਵੇਂ ਕਹਿੰਦੇ ਵੀ 5 ਸਿੰਘ ਸਾਹਿਬਾਨ, ਕਿਉਂਕਿ ਜੇ ਹੁਣ ਤੁਸੀਂ ਸਰਮੋਰ ਹੈਗੇ ਹੋ ਇੱਥੋਂ ਦੇ ਹਨਾ ਆਪਣੇ 1610 ਰੇਡੀਓ ਦੇ, ਤਾਂ ਤੁਹਾਡੇ ਨਾਲ ਕੋਈ ਬੰਦੇ ਗੱਲ ਕਰਨੀ ਚਾਹੁੰਦਾ ਤੇ ਉਹ ਸਟੇਟ ਹੀ ਹੋਣੀ ਚਾਹੀਦੀ ਹੈਗੀ ਮੇਰੇ ਹਿਸਾਬ ਨਾਲ। ਤਾਂ ਵੀ ਮੈਂ ਤੁਹਾਨੂੰ ਸਿੱਧੀ ਗੱਲ ਹੁਣ ਜਿਵੇਂ 에ਅਰ ਤੇ ਪੁੱਛ ਰਿਹਾ ਹੈਗਾ ਤੇ ਮੈਂ ਤੁਹਾਨੂੰ ਕਹਾਂ ਬਸ ਤੁਹਾਡਾ ਨਾਮ ਕੀ ਆ, ਤੁਸੀਂ ਮੈਨੂੰ ਸਿੱਧਾ ਦੱਸੋਗੇ। ਨਹੀਂ ਮੈਂ ਤਾਂ ਫਿਰ ਜੇ ਮੈਨੂੰ ਕਹੇ ਸਾਡੇ ਘਰ ਆਣ ਕੇ ਸਾਨੂੰ ਦੱਸ, ਮੈਂ ਕਹੂੰਗਾ ਨਹੀਂ, ਕਿਉਂਕਿ ਪਲੇਟਫਾਰਮ ਤਾਂ 1610 ਦਿੱਤੇ ਹੈਗਾ, ਉੱਥੇ ਮੈਂ ਸੱਦੂਗਾ ਨਾ ਉਹਨੂੰ। ਹਾਂਜੀ ਬਾਸੀ ਸਾਹਿਬ ਜਿਵੇਂ ਹੁਣ ਉਹਨਾਂ ਨੇ ਕਹਿਣਾ ਵੀ ਅਕਾਲ ਤਖਤ ਸਾਹਿਬ ਦੇ ਉੱਤੇ, ਉਹ ਕਹਿੰਦੇ ਵੀ ਸਿੰਘ ਸਾਹਿਬ ਨੇ, ਮੇਰਾ ਖਿਆਲ ਮੈਂ ਤਾਂ ਨਹੀਂ ਸੁਣਿਆ ਹੈਗਾ ਵੀ ਉਹ ਕਹਿੰਦੇ ਅਕਾਲ ਤਖਤ ਦੇ ਉੱਤੇ ਆ ਕੇ ਉਹ ਕਹਿੰਦੇ ਵੀ ਸਾਡੇ ਸਿੰਘ ਸਾਹਿਬਾਨਾਂ ਦੀ ਕਮੇਟੀ ਬਣਾਈ ਹੋਈ ਹੈਗੀ ਆ ਤੇ ਉਹਨਾਂ ਦੇ ਕੋਲੇ ਉਹ ਢੰਡਰੀਆਂ ਵਾਲੇ ਸਾਹਿਬ ਪੇਸ਼ ਹੋ ਜਾਣਗੇ। ਸਾਡਾ ਸਵਾਲ ਇਹ ਕਿ ਢੰਡਰੀਆਂ ਵਾਲਾ ਕੋਈ ਬਹੁਤ ਵੱਡੀ ਐਸੀ ਸ਼ਖਸੀਅਤ ਨਹੀਂ ਹੈ, ਕੋਈ ਐਸੀ ਹਸਤੀ ਨਹੀਂ ਹੈ, ਹੀ ਇਜ਼ ਨਾਟ ਇਲੈਕਟਡ ਮੈਂਬਰ। ਔਰ ਸਵਾਲ ਇਹਦੇ ਪੈਦਾ ਹੁੰਦਾ ਕਿ ਜਿਹੜਾ ਮੇਰਾ ਸਵਾਲ ਇਹ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਢੰਡਰੀਆਂ ਵਾਲਾ ਬਿਲਕੁਲ ਨਹੀਂ ਹੈ। I don't care people like or not like, ਵੱਖ-ਵੱਖ ਵਿਚਾਰ ਨੇ, ਪਰ ਸ਼੍ਰੀ ਅਕਾਲ ਤਖਤ ਸੁਣੋ ਜੀ, ਸੁਣੋ ਇੱਕ ਮਿੰਟ, ਸੁਣੋ, ਲਿਸਨ ਟੂ ਮੀ ਡੀਅਰ। ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਜਿਹੜੀ ਆ ਇਹ ਘਟਦੀ ਨਜ਼ਰ ਆ ਜਾਣੀ ਹੈ ਤੁਹਾਡੇ ਸਾਹਮਣੇ। ਤੁਹਾਡੇ ਬੱਚੇ ਵੀ ਕਹਿਣਗੇ ਕਿ ਢੰਡਰੀਆਂ ਵਾਲਿਆ ਤਾਂ ਹੁਕਮ ਹੋਇਆ ਸੀਗਾ ਉੱਥੇ ਗਿਆ ਨਹੀਂ, ਕਿਉਂ ਨਹੀਂ ਗਿਆ? ਹੀ ਸਪੋਜ਼ ਟੂ ਗੋ ਦੇਅਰ। ਜੇ ਕਹਿੰਦਾ ਮੈਂ ਲਾਈਵ ਚੈਨਲ ਤੇ ਆਉਣਾ ਤਾਂ ਚੈਨਲ ਵਾਲੇ ਜਿੱਥੇ ਮਰਜ਼ੀ ਅੱਜ ਕੱਲ੍ਹ ਨੈਟ ਤੇ ਲਾ ਲਾਓ ਤੇ ਉੱਥੇ ਟੈਲੀਕਾਸਟ ਕਰ ਦਿਓ। ਅਗਲੀ ਕਾਲ ਪਲੀਜ਼, ਨੈਕਸਟ ਕਾਲ। ਹਾਂਜੀ ਕਾਲਰ ਗੋ ਹੈਡ ਪਲੀਜ਼। ਹਾਂਜੀ ਬੋਲੋ ਸਰ। ਹਾਂਜੀ ਸਰ ਮੇਰਾ ਕੁਐਸਚਨ ਸੀਗਾ, ਮੈਂ ਭਾਈ ਸਾਹਿਬ ਨੂੰ ਪੁੱਛਣਾ ਚਾਹਾਂ ਕਿ ਇੱਕ ਜਿਹੜਾ ਤਾਂ ਧੂਆਂ ਦੇ ਸਕੂਲ ਉਹਨਾਂ ਦੀ ਇਨਕਮ ਕਿੱਥੇ ਜਾਂਦੀ ਹੈ? ਚਲੋ ਪੁਰਾਣੀਆਂ ਗੱਲਾਂ ਛੱਡੋ ਹਨਾ, ਇਹ ਕਹਿ ਰਹੇ ਆ ਕਿ ਰਣਜੀਤ ਸਿੰਘ ਢੱਡਰਿਆਂ ਪ੍ਰਾਪਰਟੀਆਂ ਬਣਾਈਆਂ, ਧੂਆਂ ਸਿੰਘ ਜੀ ਦੀਆਂ ਜਿਹੜੀਆਂ ਪੋਸਟੀਆਂ ਉਹ ਕਿੱਥੇ ਨੇ? ਬਸ ਮੇਰੇ 2 ਕੁਐਸਚਨਾਂ ਦੇ ਆਨਸਰ ਲੈ ਕੇ ਦੇ ਦਿਓ। ਆਮੀਰ ਬਾਜੀ। ਨੈਕਸਟ ਕਾਲ ਪਲੀਜ਼। ਹਾਂਜੀ ਅਗਲੀ ਕਾਲ ਜੀ। ਕਾਲਰ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਸੀ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆਪ ਜੀ ਸਰ? ਅੱਛਾ ਮਹਾਰਾਜ ਚੱਕਰ ਇਹ ਆ ਢੱਡਰੀਆਂ ਵਾਲਾ ਚਮਲਾਇਆ ਕੀ ਨੇ ਜਦ ਤਾਂ ਬੀਬੀਆਂ 500 ਦੇ ਹੱਥਾਂ 'ਚ ਫੜਾਉਂਦੀਆਂ ਨੇ 100 ਦੇ ਉੱਤੇ ਚੜ ਕੇ ਤਾਂ ਲੋਕ ਪੈਸੇ ਦਿੰਦੇ ਨੇ ਹੁਣ ਕੰਪਲੇਂਟਾਂ ਕਰਦੇ ਨੇ ਉਹਦੀ ਕੀ ਕਸੂਰ ਹੈ? ਆਈ ਸੀ ਹਾਂਜੀ ਨਹੀਂ ਇਹ ਤਾਂ ਇੱਕ ਦੇਖੋ ਮੈਂ ਇੱਕ ਕਮਿਊਨਿਟੀ ਦੱਸਣਾ ਚਾਹੁੰਦਾ ਜਦੋਂ ਇੱਥੇ ਢੰਡਰੀਆਂ ਵਾਲਾ ਆਇਆ ਤੇ ਇੱਥੇ ਵੀ ਕੁਝ ਲੋਕਾਂ ਨੇ ਘਰਾਂ ਵਿੱਚ ਇੱਥੇ ਇੱਕ ਬਿਜ਼ਨਸ ਵਾਲੇ ਨੇ ਲੈ ਕੇ ਜਾਂਦੇ ਤੁਸੀਂ ਆਪਣੇ ਘਰ ਨੂੰ ਤੁਹਾਡੇ ਘਰ ਲੈ ਆਉਂਦੇ ਆ ਘਰ ਪਵਿੱਤਰ ਹੋ ਜਾਊਗਾ ਉਹ ਵਕੀਲ ਹੈ ਇੱਥੇ ਮਨਾ ਵੀ ਲਿਆਂਦਾ ਉਹਦਾ ਹਾਂਜੀ ਉਹ ਕਹਿੰਦਾ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਆ ਕੇ ਪਵਿੱਤਰ ਹੋ ਸਕਦਾ ਇਹ ਢੰਡਰੀਆਂ ਵਾਲੇ ਨੂੰ ਘਰ ਬਾੜ ਕੇ ਪਵਿੱਤਰ ਨਹੀਂ ਹੋ ਸਕਦਾ ਤਾਂ ਕਹਿੰਦੇ ਜੀ 1000 ਤੁਸੀਂ ਲਿਫਾਫੇ 'ਚ ਪਾ ਕੇ ਦੇ ਦਿਓ ਇਹ ਗੱਲ ਇਹ ਸੱਚ ਹੈ ਟਰੂ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਇਹ ਸਾਡੇ ਲੋਕਾਂ ਦੀਆਂ ਖਾਮੀਆਂ ਨੇ ਊਣਤਾਈਆਂ ਨੇ ਸਾਡੇ ਭਰਮ ਭੁਲੇਖੇ ਨੇ ਸਾਡੀਆਂ ਬੀਬੀਆਂ ਦੀਆਂ ਸਾਡੇ ਉਹਨਾਂ ਪਰਿਵਾਰਾਂ ਦੀਆਂ ਕਮਜ਼ੋਰੀਆਂ ਨੇ ਉਹਨਾਂ ਨੇ ਕਮਜ਼ੋਰੀਆਂ ਜਿਨ੍ਹਾਂ ਨੇ ਗਲਤ ਕੰਮ ਕੀਤੇ ਹੋਏ ਹੁੰਦੇ ਨੇ ਪਰ ਆਮ ਵਿਅਕਤੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਹਜ਼ੂਰੀ ਦੇ ਵਿੱਚ ਨਤਮਸਤਕ ਹੁੰਦਾ ਹੋਣਾ ਚਾਹੀਦਾ ਤੇ ਆਪਣੇ ਘਰ ਨੂੰ ਪਵਿੱਤਰ ਉਸ ਜਗ੍ਹਾ ਨੂੰ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕੋਈ ਵੀ ਚੀਜ਼ ਪਵਿੱਤਰ ਨਹੀਂ ਕਰ ਸਕਦੀ ਡਸਨਟ ਮੈਟਰ ਭੰਗੜੇ ਜਿਹੜਾ ਢੰਡਰੀਆਂ ਵਾਲਾ ਆ ਇਹਦੇ ਕੋਈ ਐਸੀ ਕੋਈ ਹੈ ਨਹੀਂ ਲੋਕਾਂ ਦੇ ਇਹ ਪਾਗਲਪਨ ਹੈ ਜਿਹੜੇ ਕਿ ਲੋਕ ਇਸ ਤਰ੍ਹਾਂ ਕਹਿੰਦੇ ਨੇ ਪੀਪਲ ਲਾਈਕ ਔਰ ਨਾਟ ਲਾਈਕ ਦੂਜਾ ਇਸ਼ੂ ਇਹ ਆ ਕਿ ਇਹਨਾਂ ਦੇ ਸਾਥੀ ਨੂੰ ਮਾਰ ਦੇਣਾ ਕੀ ਹੋਇਆ ਆਈ ਡੋਂਟ ਨੋ ਕੀ ਹੋ ਰਿਹਾ ਆਈ ਡੋਂਟ ਨੋ ਬਟ ਮੇਰੇ ਵਾਸਤੇ ਅਕਾਲ ਤਖਤ ਸਾਹਿਬ ਨੂੰ ਜੇ ਕੋਈ ਵਿਅਕਤੀ ਚੈਲੰਜ ਕਰਦਾ ਆ ਗਾਉਂਦਾ ਪੰਜਾਬ ਉਸ ਵਿਅਕਤੀ ਦੇ ਬਿਲਕੁਲ ਨਾਲ ਨਹੀਂ ਹੈ और कोई भी है चाहे मेरा भरा होवे चाहे मेरा फैमिली मैंबर होवे चाहे कोई टंडरिया वाला होवे चाहे कोई होर प्रचारक होवे अगर जे असीं श्री अकाल तख्त साहब दे हुक्म ਦੀ ਪਾਲਣਾ ਨਹੀਂ ਕਰਾਂਗੇ ਤਾਂ ਸਾਡਾ ਸਿੱਖ ਕੌਮ ਦਾ ਜਿਹੜਾ ਇਤਿਹਾਸ ਜਿਹੜਾ ਆ ਸਾਡੀ ਸਿੱਖ ਕੌਮ ਜਿਹੜੀ ਹੈ ਦੁਬਦਾ ਵਿੱਚ ਜਾਵੇਗੀ ਅੱਜ ਸਾਡੀ ਸਿੱਖ ਕੌਮ ਦੇ ਵਿੱਚ ਇਹ ਪਾੜਾ ਜਿਹੜਾ ਪੁਆੜਾ ਪੈ ਰਿਹਾ ਹੈ ਇਸ ਵੇਲੇ ਮਿਹਰਬਾਨੀ ਜੀ ਨੈਕਸਟ ਕਾਲ ਪਲੀਜ਼ ਹਾਂਜੀ ਅਗਲੀ ਕਾਲ ਪਲੀਜ਼ ਕਾਲ ਗੋ ਹੈਡ ਹਾਂਜੀ ਬਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਗੋ ਹੈਡ ਪ੍ਰੋਸੀਡ ਕਰੋ ਪਲੀਜ਼ ਹਾਂਜੀ ਬਾਈ ਸਾਹਿਬ ਤੁਸੀਂ ਸਹੀ ਹੈ ਜੀ ਆਪਣੀ ਜਗ੍ਹਾ ਤੇ ਆਪਣੇ ਬਹੁਤ ਵਧੀਆ ਤੁਸੀਂ ਦੱਸਿਆ ਵੀ ਜਿਹੜਾ ਬੰਦਾ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦਾ ਉਹਦੀ ਸਾਨੂੰ ਬਿਲਕੁਲ ਵੀ ਆਪਣਾ ਕੇਅਰ ਨਹੀਂ ਕਰਨੀ ਚਾਹੀਦੀ ਤੇ ਭਾਈ ਸਾਹਿਬ ਹੁਣ ਜਿਹੜੇ ਇਨਫੋਰਮੇਸ਼ਨ ਦੇ ਰਹੇ ਆ ਨਾ ਲੋਕ ਉਹਨਾਂ ਨੂੰ ਸਮਝਦੇ ਵੀ ਸ਼ਾਇਦ ਇਹ ਆਰੋਪ ਲਾ ਰਹੇ ਆ ਪਰ ਉਹ ਆਪਣੀ ਕਮਿਊਨਿਟੀ ਨੂੰ ਸਹੀ ਚੀਜ਼ ਦੱਸ ਰਹੇ ਆ ਵੀ ਭਾਈ ਜਿਹੜੇ ਆ ਬਾਬੇ ਆ ਚਿੱਟੇ ਕੱਪੜੇ ਪਾ ਕੇ ਤੁਰੇ ਫਿਰਦੇ ਆ ਇਹ ਛੜਯੰਤਰ ਰਚਦੇ ਆ ਇਹ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਵੀ ਤੁਸੀਂ ਅਕਾਲ ਪੁਰਖ ਦੀ ਭਗਤੀ ਕਰੋ ਕੀ ਰੱਖਿਆ ਦੁਨੀਆਦਾਰੀ 'ਚ ਪੈਸੇ ਆ ਨਾ ਜਾਓ ਤੁਸੀਂ ਆਪਣੇ ਆਹੀ ਕੰਮ ਕਰੀ ਚਲੋ ਵੀ ਭਾਈ ਤੂੰ ਬੈਂਟਲੀ ਆ ਜਾਂ ਹਮਰ ਆ ਜਾਂ ਆਡੀ ਆ ਜਾਂ ਵੱਡੇ ਵੱਡੇ ਗੁਰਦੁਆਰੇ ਆ ਜਾਂ 2.5 ਕਰੋੜ ਦੀਆਂ ਕੋਠੀਆਂ ਤੂੰ ਕਾਹਦੇ ਲਈ ਬਣਾਉਂਦੇ ਆ ਉਹ ਭਾਈ ਸਾਹਿਬ ਇਹੀ ਗੱਲ ਦੱਸ ਰਹੇ ਆ ਵੀ ਭਾਈ ਤੁਸੀਂ ਨਾ ਮਗਰ ਲੱਗ ਕੇ ਐਵੇਂ ਨਾ ਆਪਣਾ ਨੁਕਸਾਨ ਕਰੋ ਜਾਂ ਆਪਣੀਆਂ ਬੀਬੀਆਂ ਸਪੈਸ਼ਲੀ ਜਦੋਂ ਕੋਈ ਏਦਾਂ ਦੇ ਬਾਬੇ ਕੈਨੇਡਾ ਅਮਰੀਕਾ ਜਾਂ ਇੰਡੀਆ ਵੀ ਜਾਂਦੀਆਂ ਇੱਥੋਂ ਦੇ ਲੋਕ ਜਾਂਦੇ ਆ ਤਾਂ ਉੱਥੇ ਇੰਨਾ ਚੜਾਵਾ ਚੜਾਉਂਦੇ ਆ ਵੀ ਇਹ ਭਾਵੇਂ ਆਪ ਔਖੇ ਹੋ ਲੈਣ ਉਹ ਬਾਬਾ ਜੀ ਨੂੰ ਨਹੀਂ ਨਾ ਇਹ ਕਮਜ਼ੋਰੀ ਇਹ ਮਾਨਸਿਕ ਸੰਤੁਲਨ ਗਵਾਇਆ ਹੋਇਆ ਇਹਨਾਂ ਲੋਕਾਂ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕਿਸੇ ਨੂੰ ਮੱਥਾ ਨਾ ਟੇਕੋ ਮੇਰੀ ਬੇਨਤੀ ਹੈ ਅੱਛਾ ਇੱਕ ਗੱਲ ਮੈਂ ਸਪਸ਼ਟ ਇਹ ਵੀ ਕਹਿਣ ਦੱਸਣੋ ਮੈਂ ਟੰਡੀਆਂ ਵਾਲੇ ਵਿਰੁੱਧ ਨਹੀਂ ਆ ਆਈ ਨਥਿੰਗ ਟੂ ਵਿਦ ਦਿਸ ਦੈਟ ਜੈਂਟਲਮੈਨ ਸੋ ਮੇਰਾ ਸਵਾਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੀ ਹੈ ਜ਼ਿੰਮੇਵਾਰੀ ਕੀ ਹੈ ਰਿਸਪੌਂਸਿਬਿਲਿਟੀ ਕੀ ਹੈ ਡਿਊਟੀਜ਼ ਕੀ ਨੇ ਸਾਰਾ ਕੁਝ ਉਹਨਾਂ ਕੋਲ ਰਾਈਟਸ ਕੀ ਨੇ ਕਿ ਗੁਰਦੁਆਰਾ ਸਾਹਿਬ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਪੂਰੇ ਪ੍ਰਬੰਧ ਕਰਨੇ ਤੇ ਮਰਿਆਦਾ ਦੇ ਮੁਤਾਬਕ ਹਰ ਚੀਜ਼ ਦਾ ਹੋਣਾ ਸੰਗਤ ਵਾਸਤੇ ਸਾਰੇ ਪ੍ਰਬੰਧ ਕਰਨੇ ਪਰ ਉੱਥੇ ਊਣਤਾਈਆਂ ਰਹੀਆਂ ਆ ਹਾਲੇ ਵੀ ਊਣਤਾਈ ਹੈਗੀਆਂ ਉਹ ਆਪਣੀ ਮਨਮਰਜ਼ੀ ਕਰਦੇ ਆ ਮਨਮਰਜ਼ੀ ਕਰਦੇ ਕਰਕੇ ਊਣਤਾਈਆਂ ਹੋਣੀਆਂ ਕਰਕੇ ਇਹ ਜਿਹੜਾ ਡੇਰਾਵਾਦ ਵਧਿਆ ਹੋਇਆ ਪੰਜਾਬ ਦੇ ਵਿੱਚ ਪੰਜਾਬ 'ਚ ਨਹੀਂ ਇਹ ਸਾਡੇ ਕੈਨੇਡਾ ਵਿੱਚ ਵੀ ਕੁਝ ਇਹੋ ਜਿਹੇ ਸੰਤ ਬਣ ਕੇ ਆਉਂਦੇ ਨੇ ਜਿਹੜੇ ਕਿ ਆਪਣੇ ਇੱਥੇ ਡੇਰੇ ਚਲਾਏ ਹੋਏ ਨੇ ਕੈਨੇਡਾ 'ਚ ਸੱਚ ਹੈ ਪੀਪਲ ਡੋਂਟ ਲਾਈਕ ਇਟ ਇਹ ਟਰੂ ਹੈ ਹਾਂਜੀ ਔਰ ਤੁਸੀਂ ਗੁਰਦੁਆਰਾ ਸਾਹਿਬ ਨੇ ਉੱਥੇ ਤੁਸੀਂ ਜਾਂਦੇ ਨਹੀਂ ਹੋ ਉਹਨਾਂ ਮਗਰ ਜਾਂਦੇ ਹੋ ਇਹ ਵੀ ਇੱਕ ਮਾਨਸਿਕ ਬਿਮਾਰੀ ਹੈ ਲੋਕਾਂ ਨੂੰ ਸੋ ਇਹ ਜਿਸ ਕਰਕੇ ਇਹ ਜਿਹੜਾ ਦਸ਼ਮੇਸ਼ ਦਰਬਾਰ ਹੈ ਇਹ ਵੀ ਇੱਕ ਡੇਰਾ ਆ ਇਹ ਇਹਦਾ ਪਰਸਨਲ ਡੇਰਾ ਆ ਇਹ ਤੁਸੀਂ ਮੰਨਣਾ ਜਾਂ ਨਹੀਂ ਮੰਨਣਾ ਤੁਹਾਡੀ ਕਮਜ਼ੋਰੀ ਹੈ ਮੇਰੀ ਕਮਜ਼ੋਰੀ ਨਹੀਂ ਹੈ ਯੂ ਹੈਵ ਫੁੱਲੀ ਰਾਈਟਸ ਟੂ ਕੰਪਲੇਂਟ ਮੇਰੀ ਪੈਨਲ ਨੂੰ ਤੁਸੀਂ ਕੰਪਲੇਂਟ ਮੇਰੀ ਕਰ ਸਕਦੇ ਹੋ ਦਿਸ ਇਜ਼ ਟਰੂ ਐਂਡ ਦਿਸ ਇਜ਼ ਟਰੂਥ ਹੈ 100% ਕਿ ਟੰਡਰੀਆਂ ਵਾਲੇ ਦਾ ਵੀ ਆਪਣਾ ਇੱਕ ਡੇਰਾ ਆ ਤੇ ਦੂਜੇ ਲੋਕਾਂ ਨੇ ਡੇਰੇ ਆ ਇਹ ਡੇਰੇ ਬਣਨ ਦਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਹਾਂਜੀ ਭਾਈ ਸਾਹਿਬ ਗੱਲ ਵੀ ਆਉਂਦੀ ਨਾ ਵੀ ਜੇ ਆਪਣੇ ਲੋਕਾਂ ਨੂੰ ਇਹਨਾਂ ਨੇ ਅਵੇਅਰ ਕਰਨਾ ਆ ਤਾਂ ਜੁੜੇ ਥੋੜਾ ਵੀ ਤੁਹਾਨੂੰ ਵੱਡੇ ਵੱਡੇ ਇਹ ਸਾਰੀ ਪ੍ਰੋਪਰ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਇਹਦੇ ਪਿੱਛੇ ਕੌਣ ਲੋਕ ਨੇ ਆਈ ਡੋਂਟ ਨੋ ਤੁਹਾਡੇ ਸਾਹਮਣੇ ਆ ਮੈਂ ਕਹਿ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਲੰਗਰ ਹਾਲ ਦੇ ਵਿੱਚ ਪ੍ਰਸ਼ਾਦੇ ਛਕਾਉਂਦੇ ਨੇ ਪ੍ਰਸ਼ਾਦੇ ਛਕਾਉਣ ਵਾਲਿਆਂ ਨੂੰ ਮਿਹਨਤ ਸੇਵਾ ਫਲ ਮਿਲਦੀ ਆ ਪਰ ਉਹ ਹੋਰ ਨੇ ਉਹਨਾਂ ਦੇ ਪੇਰੋਲ ਤੇ ਹੋਰ ਨੇ ਉਹਨੇ ਗਾ ਸਬਨਸ ਕੀਤੇ ਹੋਏ ਨੇ ਜੋੜੇ ਘਰ ਵਿੱਚ ਜਿਹੜੇ ਜੋੜੇ ਰੱਖਦੇ ਨੇ ਉਹ ਜੋੜੇ ਰੱਖਣ ਵਾਲੇ ਹੋਰ ਨੇ ਤੇ ਉਹਨਾਂ ਦੇ ਪੇਰੋਲ ਤੇ ਹੋਰ ਨੇ 40 ਹਜ਼ਾਰ ਤੇ ਉਹਨੂੰ 5 ਹਜ਼ਾਰ ਰੱਖੇ ਹੋਏ ਨੇ ਬੰਦਿਆਂ ਨੂੰ ਸਾਹਿਬ ਰੱਖਦੇ ਆ ਜੌਬਾਂ ਦੇ ਵਿੱਚ ਜਿਹੜੇ ਰੱਖੇ ਹੋਏ ਨੇ ਜਿਹੜੇ ਰੱਖੇ ਹਾਂ ਬਿਲਕੁਲ ਸਹੀ ਗੱਲ ਹੈ ਜਿਹੜੇ ਇਹਨਾਂ ਰੱਖੇ ਹੋਏ ਆ ਨਾ ਸੁਣੋ ਗੱਲ ਜਿਹੜੇ
ਸਿੱਖ ਨਹੀਂ ਹੈਗਾ ਵੀ ਜੇ ਮਤਲਬ ਕਈ ਬੰਦੇ It's ਸੁਣਦੇ okay. ਹੋਣ ਵੀ ਇਹ ਬੰਦਾ ਯਾਰ ਬੜਾ ਸੁਣੋ ਗੱਲ, ਜਿਹੜੇ ਬੰਦੇ ਪੇਰੋਲ ਤੇ ਆਪਣੇ ਰੱਖੇ ਹੋਏ ਉਹ ਵੀ ਨਹੀਂ ਜਾਂਦੇ, ਉਹਨਾਂ ਨੇ ਗਾਂ ਰੱਖੇ ਹੋਏ ਬੰਦੇ 5-5000 ਤੇ 5-5000 ਤੇ ਸ਼ਰਮ ਚਾਹੀਦੀ ਹੈ ਸਾਡੇ ਉਹਨਾਂ ਲੋਕਾਂ ਨੂੰ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਢਾਂਚੇ ਦੇ ਵਿੱਚ ਇਹੋ ਜਿਹੀ ਹਰਕਤ ਕਰ ਰਹੇ ਨੇ। ਗੁਰੂ ਮਹਾਰਾਜ ਜਾਣੀ ਜਾਣੇ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇ ਸਿਰ ਚੁਕਾਉਂਦੇ ਆ ਕਿ ਸਾਡੀ ਜਿਹੜੀ ਸਾਡੀ ਕੌਮ ਹੈ, ਹਾਂਜੀ, ਇਹਨੂੰ ਇਹਦੇ ਮਾਨਸਿਕ ਕੀੜਾ ਜਿਹੜਾ ਇਹਨਾਂ ਦੇ ਵਿੱਚ ਬੜਿਆ ਹੋਇਆ ਕੱਢੇ ਇਹਨਾਂ ਲੋਕਾਂ ਦੇ ਵਿੱਚ। ਹਾਂਜੀ, ਕਾਲਰ ਗੋ ਹੈਡ ਪਲੀਜ਼, ਨੈਕਸਟ ਕਾਲਰ ਗੋ ਹੈਡ ਪਲੀਜ਼, ਜਗਦੀਪ ਜੀ ਗੋ ਹੈਡ। ਹਾਂਜੀ ਬਾਸੀ ਸਾਹਿਬ ਜੀ ਹਾਂਜੀ ਅਸੀਂ ਤਾਂ ਬਹੁਤ ਵਧੀਆ ਤੁਸੀਂ ਲੈ ਕੇ ਆਏ ਅੱਜ ਤੇ ਹੈਲੋ ਬੋਲੋ ਵੀਰ ਜੀ, ਬੋਲੋ ਜਲਦੀ ਕਰੋ। ਹਾਂਜੀ ਭਾਜੀ ਇਹਦੇ ਵਿੱਚ ਮੈਂ ਇਹ ਸੋਚਦਾ ਆ ਕਿ ਜਿਹੜੀ ਆਪਣੀ ਕੌਮ ਦਾ ਮਤਲਬ ਕਿ ਕਾਣ ਹੁੰਦਾ ਪਿਆ ਆ ਇਸ ਟਾਈਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾਂਦੀ ਪਈ ਆ, ਠੀਕ ਆ ਜੀ, ਤੇ ਸਾਰਿਆਂ ਨੂੰ ਪਤਾ ਆ ਕਿ ਕਿਹਦੇ ਇਸ਼ਾਰਿਆਂ ਤੇ ਚੱਲਦੀ ਆ। ਜੇਕਰ ਇਹ ਕੰਮ ਥੋੜਾ ਜਿਹਾ ਸਹੀ ਹੁੰਦਾ, ਜਥੇਦਾਰਾਂ ਦੀ ਚੋਣ ਸਹੀ ਹੋਵੇ ਤੇ ਢੱਡਰੀਆਲ ਨੂੰ ਮੰਨਣ ਤੋਂ ਤਾਂ ਕਹਿੰਦਾ ਮੈਂ ਮੰਨਦਾ ਆ, ਉਹ ਤਾਂ ਕਹਿੰਦੇ ਨਹੀਂ ਮੈਂ ਨਹੀਂ ਮੰਨਦਾ ਅਕਾਲ ਤਖਤ ਸਾਹਿਬ ਨੂੰ, ਠੀਕ ਆ ਜੀ ਭਾਈ, ਪਰ ਅਗਲਾ ਬੰਦਾ ਜਿਹੜਾ ਆ ਬੰਦਾ ਸਹੀ ਨਹੀਂ ਹੈਗਾ। ਅਕਾਲ ਤਖਤ ਤਾਂ ਉਹਨੇ ਕਦੀ ਗਲਤ ਕਿਹਾ ਹੀ ਨਹੀਂ, ਠੀਕ ਆ ਜੀ, ਪਰ ਅਕਾਲ ਤਖਤ ਦਾ ਜਥੇਦਾਰ ਜਿਹੜਾ ਆ ਉਹ ਆਪਾਂ ਸਾਰਿਆਂ ਨੂੰ ਪਤਾ ਆ ਵੀ ਕਿੱਦਾਂ ਦੀ ਚੋਣ ਹੁੰਦੀ ਆ, ਕਿਹਨਾਂ ਦੇ ਕਹਿਣ ਤੇ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਮਿਹਰਬਾਨੀ। ਅਗਲੀ ਕਾਲ ਜੀ, ਅਗਲੀ ਬੋਲੋ ਜੀ, ਕਾਲਰ ਗੋ ਹੈਡ। ਹੈਲੋ ਹਾਂਜੀ ਜੀ, ਹੁਕਮ ਤੁਹਾਡਾ, ਜਲਦੀ ਕਰੋ, ਮੇਰੇ ਪਾਸ ਸਰ 2 ਮਿੰਟ ਨੇ, ਮੈਂ ਲੇਟ ਹੋ ਰਿਹਾ। ਬਾਸੀ ਸਾਹਿਬ ਮੈਂ ਤੁਹਾਡੀ ਕੱਲ ਵੀ ਤੁਹਾਡੀ ਵਾਰਤਾਲਾਪ ਸਾਰੀ ਸੁਣ ਰਹੇ ਸੀ, ਅਸੀਂ ਦੇਖ ਰਹੇ ਸੀਗੇ, ਪਰ ਬਾਸੀ ਸਾਹਿਬ ਤੁਸੀਂ ਟਾਈਮ ਕੱਢ ਕੇ ਜ਼ਰੂਰ ਢੰਡੀਆਂ ਵਾਲਾ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਸੁਣਿਓ। ਉਹਨਾਂ ਨੇ ਕਦੀ ਵੀ ਕਿਸੇ ਇੰਟਰਵਿਊ 'ਚ ਕਦੀ ਵੀ ਉਹਨਾਂ ਨੇ ਅੱਜ ਤੱਕ ਵੀ ਇਹ ਗੱਲ ਨਹੀਂ ਕਹੀ ਕਿ ਉਹ ਹਰਮੰਦਰ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ ਉਹ ਨਹੀਂ ਮੰਨਦੇ, ਉਹ ਰਿਸਪੈਕਟ ਕਰਦੇ ਆ, ਬਟ ਜਿਹੜਾ ਉੱਥੇ ਸਿਸਟਮ ਆ, ਜਥੇਦਾਰ ਸਾਹਿਬ ਆ, ਉਹਨਾਂ ਦਾ ਜੋ ਵੀ ਉਹਨਾਂ ਦਾ ਸਲੀਕਾ ਆ, ਜੋ ਵੀ ਉਹਨਾਂ ਦਾ ਕਾਰੋਬਾਰ ਆ, ਜੋ ਵੀ ਉਹ ਬਿਹੇਵੀਅਰ ਆ, ਉਹ ਲਾਈਕ ਨੋ ਗੁੱਡ ਆ, ਰਾਈਟ। ਔਰ ਹੋਲਡ ਔਨ ਆਈ ਅੰਡਰਸਟੈਂਡ, ਆਈ ਐਮ ਵੇਸਟਿੰਗ ਟਾਈਮ। ਸੁਣੋ ਗੱਲ, ਅਸੀਂ ਨਹੀਂ ਕਹਿੰਦੇ ਮੰਨਦੇ ਜਾਂ ਨਹੀਂ ਮੰਨਦੇ, ਗੱਲ ਇਹ ਆ ਕਿ ਜਦੋਂ ਮੈਂ ਨਹੀਂ ਕਹਿ ਰਿਹਾ ਕਿ ਢੰਡਰੀਆਂ ਵਾਲੇ ਨੇ ਕੀ ਕਿਹਾ, ਕੀ ਆਈ ਵਾਂਟ ਇਨਟੂ ਦੈਟ। ਮੈਂ ਇਹ ਚਾਹੁੰਦਾ ਆ ਕਿ ਵਿਵਾਦਾਂ ਦੇ ਵਿੱਚ ਇੱਕ ਨਵਾਣਾ ਸਿੱਖ ਬਣ ਕੇ, ਢੰਡਰੀਆਂ ਵਾਲਾ ਵੀ ਇੱਕ ਆਮ ਵਿਅਕਤੀ ਆ, ਹੀ ਇਜ਼ ਨਾਟ ਕਿ PhD ਕੀਤੀ ਹੋਈ ਉਹਨ ਧਰਮ ਤੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੇ PhD ਕੀਤੀ ਹੋਈ ਹੈ। ਕਿੰਨੇ ਅਲਫਾਜ਼ਾਂ ਦੀ ਗਲਤ ਵਰਤੋਂ ਕਰਦਾ ਆ, ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ ਬੈਠ ਕੇ ਕਿੱਧਰ ਨੂੰ ਲੈ ਜਾਂਦਾ ਆ, ਕੱਚੀ ਬਾਣੀ ਵੀ ਪੜਦਾ ਹੈ, ਟਰੂ ਐਂਡ ਫੈਕਟ ਹੈ। ਸੋ ਇਹ ਤੁਸੀਂ ਸੁਣਿਆ ਕਰੋ, ਲੋਕਾਂ ਨੂੰ ਤੁਹਾਡਾ ਐਂਟਰਟੇਨ ਕਰਦਾ ਪੂਰਾ ਹੋ, ਪਰ ਮੈਂ ਉਹਦੇ ਅਗੇਂਸਟ ਨਹੀਂ ਆ। ਮੈਂ ਅਗੇਂਸਟ ਇਸ ਚੀਜ਼ ਤੋਂ ਆ ਕਿ ਇੱਕ ਨਿਮਾਣਾ ਸਿੱਖ ਹੋ ਕੇ ਡਸਨਟ ਮੈਟਰ ਕਿ ਅਕਾਲ ਤਖਤ ਸਾਹਿਬ ਤੇ ਜਥੇਦਾਰ ਕਿਹਨੇ ਲਾਇਆ, ਕਿਵੇਂ ਆ, ਉਹਨਾਂ ਨੂੰ ਜਾ ਕੇ ਉੱਥੇ ਚੱਲ ਜਾਣਾ ਚਾਹੀਦਾ ਆ ਤੇ ਉਹ ਦੱਸੇ ਜਾ ਕੇ ਇਹ ਨਿਮਾਣਾ ਸਿੱਖ ਬਣ ਕੇ ਕਿ ਦੱਸੋ ਜੀ ਮੇਰੇ ਕੋਲ ਜਾਣੇ ਅਣਜਾਣੇ ਵਿੱਚ ਕਿਹੜੀਆਂ ਅਸੀਂ ਗਲਤੀਆਂ ਹੋਈਆਂ ਨੇ, ਉਹ ਮੇਰੀ ਝੋਲੀ ਪਾਓ ਤਾਂ ਟੈਲੀਕਾਸਟ ਹੋਣਗੀਆਂ, ਲੋਕ ਵੀ ਵੇਖਣਗੇ। ਤੇ ਇੰਨੀ ਗੱਲ ਤੇ ਇਹ ਆ, ਉਹ ਉਹਨਾਂ ਦੀ ਇੱਕ ਗੱਲ ਹੈਗੀ ਉਹ ਜੀ ਇੱਕ ਪ੍ਰਾਈਵੇਟ ਚੈਨਲ ਤੇ ਆਓ। ਵਾਈ ਪ੍ਰਾਈਵੇਟ ਚੈਨਲ ਤੇ ਜਾਣਾ ਅਕਾਲ ਤਖਤ ਜਥੇਦਾਰ ਦਾ, ਇਹ ਤੁਸੀਂ ਦੇਖੋ ਕਿ ਇਹਦੇ ਨਾਲ ਮਹੱਤਤਾ ਘਟਦੀ ਹੈ। ਨਾਲੇ ਹੀ ਇਜ਼ ਨੋਬਡੀ ਟੂ ਟੈਲ them, ਹੀ ਕਾਂਟ ਗਿਵ ਡਾਇਰੈਕਸ਼ਨ ਟੂ ਅਕਾਲ ਤਖਤ ਸਾਹਿਬ ਨੂੰ। ਅਕਾਲ ਤਖਤ ਸਾਹਿਬ ਨੂੰ ਡਾਇਰੈਕਸ਼ਨ ਦੇਣ ਵਾਲਾ ਦੁਨੀਆ ਵਿੱਚ ਕੋਈ ਨਹੀਂ ਹੈ, ਇੱਥੇ ਤੱਕ ਕਿ ਪ੍ਰਾਈਮ ਮਿਨਿਸਟਰ ਵੀ ਨਹੀਂ ਹੈ। ਤੁਸੀਂ ਸਮਝਿਆ ਕਰੋ, ਤੁਸੀਂ ਇਸ ਚੀਜ਼ ਨੂੰ ਫੋਲੋ ਨਹੀਂ ਕਰਦੇ। ਢੰਡਰੀਆਂ ਵਾਲਾ ਕੋਈ ਪ੍ਰਾਈਮ ਮਿਨਿਸਟਰ ਵੀ ਹੋਵੇ ਤਾਂ ਵੀ ਉਹ ਅਕਾਲ ਤਖਤ ਸਾਹਿਬ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ। ਯੂ ਮਸਟ ਅੰਡਰਸਟੈਂਡ। ਉਹ ਕੀ ਕਹਿੰਦਾ ਜੀ, ਉਹ ਨਹੀਂ ਕਹਿੰਦਾ। ਉਹ ਕਿਉਂ ਨਹੀਂ ਕਹਿੰਦਾ? ਉਹ ਗੱਲਾਂ ਵਿੱਚ ਬਿਲਕੁਲ ਕਹਿ ਰਿਹਾ ਕਿ ਮੈਂ ਅਕਾਲ ਤਖਤ ਸਾਹਿਬ ਨਹੀਂ ਪੇਸ਼ ਹੋਣਾ। ਕਿਉਂ ਨਹੀਂ ਹੋਣਾ? ਹੀ ਕਾਂਟ ਸੇ ਦੈਟ ਕਿ ਹੀ ਸਿੱਖ, ਇਹਦਾ ਮਤਲਬ ਕੋਈ ਸਿੱਖ ਨਹੀਂ। ਫਿਰ ਮੈਂ ਅਗੇਂਸਟ ਨਹੀਂ ਆ। ਸਾਡਾ ਸਵਾਲ ਇਹ ਹੈ ਕਿ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਡਾਇਰੈਕਸ਼ਨ ਨਹੀਂ ਦੇ ਸਕਦਾ, ਸੁਪਰੀਮ ਪਾਵਰ ਹੈ। ਜੇ ਤੁਸੀਂ ਸਿੱਖ ਕੌਮ ਦੁਨੀਆ ਵਿੱਚ ਬੈਠੀ ਅੱਜ ਇਹ ਕਹੋਗੇ ਟੰਡੀਆਂ ਵਾਲਾ ਠੀਕ ਹੈ ਤਾਂ ਉਹਨੂੰ ਨਹੀਂ ਜਾਣਾ ਚਾਹੀਦਾ। ਤੁਸੀਂ ਦੇਖ ਲਿਓ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਪੀੜ੍ਹੀ ਨੇ, ਤੁਹਾਡੇ ਬੱਚਿਆਂ ਨੇ ਅਕਾਲ ਤਖਤ ਸਾਹਿਬ ਦੀ ਪਰੰਪਰਾ ਜੋ ਮਰਿਆਦਾ ਆ, ਮਹੱਤਤਾ ਆ, ਇਹ ਜਿਹੜੀ ਆ ਫਿੱਕੀ ਪੈ ਜਾਣੀ ਆ, ਜਿਹੜੀ ਕਿ ਪੈਣੀ ਨਹੀਂ ਚਾਹੀਦੀ। ਮੈਂ ਇੱਕ ਸਿੱਖ ਹਾਂ, ਗੁਰੂ ਸਿੱਖ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣ ਵਾਲਾ ਆ। ਮੈਂ ਟੰਡੀਆਂ ਵਾਲੇ ਨੂੰ ਨਹੀਂ ਮੰਨਦਾ। ਮੈਂ ਪ੍ਰਚਾਰਕ ਜਿਹੜੇ ਨੇ ਉਹਨਾਂ ਨੂੰ ਸੁਣਨਾ ਚਾਹੀਦਾ, ਸੁਣਨ ਤੱਕ ਸੀਮਤ ਹੋਣਾ ਚਾਹੀਦਾ। ਉਹਨਾਂ ਕੋਲ ਕਿਹੜੀ ਗੱਡੀਆਂ ਨੇ, ਕੀ ਨੇ, ਇਹ ਵੀ ਡੇਰਾਵਾਦ ਹੀ ਹੈ। ਇਹ ਡੇਰਾਵਾਦ ਹੀ ਹੈ। ਇਹ ਕੀ ਆ ਇਹਦਾ? ਹੁਣ ਅੱਜ ਦੱਸ ਦਿੱਤਾ ਕਿ ਸਟਾਕ 'ਚ ਪੈਸੇ ਲਾਏ ਹੋਏ ਨੇ, ਚਲੋ ਠੀਕ ਹੈ। ਸੰਤ ਮਹਾਂਪੁਰਸ਼ ਉਹ ਹੁੰਦੇ ਆ ਜਿਹੜੇ ਕਿ ਇਹ ਧਨ ਤੋਂ ਦੂਰ ਹੁੰਦੇ ਨੇ, ਉਹਨਾਂ ਨੂੰ ਮੋਹ ਨਹੀਂ ਹੁੰਦਾ, ਉਹਨਾਂ ਨੂੰ ਸਿਰਫ ਤੇ ਸਿਰਫ ਬਾਣੀ ਵੱਲ ਹੁੰਦਾ ਹੈ। ਸੋ ਇਸ ਕਮਰਸ਼ੀਅਲ ਲੋਕ ਨੇ ਇਹ ਜਿੰਨੇ ਵੀ ਟੰਡਰੀ ਵਾਲੇ, ਹੋਰ ਵੀ ਬਹੁਤ ਸਾਰੇ ਨੇ ਇਹ ਸੰਤ ਬਣੇ ਹੋਏ ਨੇ, ਇਹ ਸਾਰੇ ਕਮਰਸ਼ੀਅਲ ਨੇ। ਤੁਸੀਂ ਪਾਗਲ ਲੋਕ ਹੋ, ਮੈਂ ਵੀ ਉਹਨਾਂ ਵਿੱਚੋਂ ਪਾਗਲ ਹਾਂ ਇੱਕ, ਜਿਹੜਾ ਅਸੀਂ ਇਹਨਾਂ ਨੂੰ ਫੋਲੋ ਕਰਦੇ ਹਾਂ।
ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਫੋਲੋ ਕਰੋ। ਆਮ ਸੌਰੀ, ਆਮ ਟੇਕਿੰਗ ਲਾਸਟ ਕਾਲਰ ਕਿਉਂਕਿ ਆਈ ਹੈਵ ਟੂ ਰਨਿੰਗ ਬਿਹਾਈਂਡ। ਕਾਲਰ ਕੀ ਕਹਿਣਾ ਚਾਹੁੰਦੇ, ਪਲੀਜ਼ ਬੋਲੋ, ਗੋ ਹੈਡ। ਹੈਲੋ ਜੀ। ਹਾਂਜੀ, ਮੇਰੇ ਕਮੈਂਟਸ ਨੇ ਆਪਣੇ ਜੀ, ਤੁਸੀਂ ਦੇਖੋ। ਹੈਲੋ ਹਾਂਜੀ, ਕੈਰੀ ਔਨ ਸਰ। ਹਾਂਜੀ, ਜਿਵੇਂ ਅਕਾਲ ਤਖਤ ਸਾਹਿਬ ਹੈ, ਠੀਕ ਹੈ, ਸਾਨੂੰ ਅਕਾਲ ਤਖਤ ਸਾਹਿਬ ਦੇ ਸਿਰ ਝੁਕਾਉਣਾ ਚਾਹੀਦਾ, ਠੀਕ ਹੈ, ਸਾਡੀ ਸਭ ਤੋਂ ਵੱਡੀ ਅਥਾਰਟੀ ਹੈ, ਠੀਕ ਹੈ ਜੀ। ਵੈਟੀਕਨ ਸਿਟੀ, ਜਿੱਥੇ ਪਾਪ ਸਭ ਤੋਂ ਵੱਡਾ ਕ੍ਰਿਸਚਨ ਧਰਮ ਦਾ ਮੰਨਿਆ ਜਾਂਦਾ, ਜਦੋਂ ਬੰਦਾ ਕਿਸੇ ਦੇਸ਼ 'ਚ ਜਾਂਦਾ ਨਾ, ਉਹਨੂੰ US ਪ੍ਰਾਈਜ਼ ਨੂੰ ਜ਼ਿਆਦਾ ਇੱਜ਼ਤ ਮਿਲਦੀ ਹੈ, ਜਦੋਂ ਕਮੈਂਟਸ ਦਾ ਸਾਰਾ ਵਰਲਡ ਸੁਣਦਾ। ਇਹ ਜਿਹੜੇ ਅਕਾਲ ਤਖਤ, ਸੌਰੀ ਫॉर ਮਾਈ ਲੈਂਗੁਏਜ, ਜਿਹੜੇ ਅੱਜ ਜਥੇਦਾਰ ਬਣੇ ਹੋਏ ਨੇ, ਇਹ ਸਭ ਪੋਲੀਟੀਕਲ ਮਾਈਂਡਡ ਕੀਤੇ ਗਏ ਨੇ। ਇਹਨਾਂ ਮਤਲਬ ਨਹੀਂ ਕਰ ਸਕਵੀਰ ਬਾਦਲ ਦੇ ਪੈਰਾਂ 'ਚ ਬੈਠੇ ਹੁੰਦੇ ਨੇ। ਇਹ ਜਥੇਦਾਰ ਨਹੀਂ, ਇਹ ਬਦਮਾਸ਼ ਪਾਰਟੀ ਹੈ। ਸੌਰੀ ਫॉर ਮਾਈ ਐਕਸਕਿਊਜ਼ ਮੀ ਪਲੀਜ਼। No, don't say that. Comments don't comment zone, मेरे comments सुनो ना फिर मेरे। Comment ਤੁਸੀਂ ਦੇ ਸਕਦੇ ਹੋ, ਪਰ ਤੁਸੀਂ ਇਹ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ। Can you take words back please? ਆਪਣੇ ਸ਼ਬਦ ਨੂੰ ਵਾਪਸ ਲਓ। ਕਿਸੇ ਬੰਦੇ ਨੂੰ ਕਹਿ ਸਕਦੇ ਹੋ ਕਿ ਤੁਸੀਂ ਇਹ ਜੇ ਕੁਆਲੀਫਾਈ ਨੇ ਬੰਦੇ, ਇਹ ਕਿਸੇ ਬੰਦੇ ਨੂੰ ਇਹ ਲਫ਼ਜ਼ ਕਿੱਦਾਂ ਕਹਿ ਸਕਦੇ ਆ? ਤੁਸੀਂ ਜਾਂ YouTube ਇਹਨੂੰ ਵਾਚ ਨਾ ਲਓ, ਢੱਡੀਆਂ ਵਾਲੇ ਨੂੰ, ਤੁਸੀਂ ਇੱਥੋਂ ਇਹਨੂੰ ਫਾਰਵਰਡ ਨਾ ਕਰੋ ਜੀ। ਇਹ ਇਹਨਾਂ ਦੀ ਜ਼ਰੂਰਤ ਕਿੱਦਾਂ ਹੋਈ ਕਿਸੇ ਬੰਦੇ ਨੇ ਇਹ ਸਮਾਗਮ ਬੰਦ ਕਰ ਦਿਓ? ਤੁਸੀਂ ਦਰਬਾਰ ਸਾਹਿਬ ਆਉਣਾ ਉਹਦਾ ਮਨਾਹੀ ਕਰ ਦਿਓ, ਸਿੱਖ ਧਰਮ ਦੇ ਗੁਰਦੁਆਰੇ ਨੂੰ ਮਨਾਹੀ ਕਰ ਦਿਓ, ਪਰ ਦੂਜਾ ਕਿੱਦਾਂ ਮਨਾ ਕਰ ਸਕਦੇ? ਤੁਸੀਂ ਸੁਣੋ ਗੱਲ, ਤੁਸੀਂ ਮੈਂ ਆਈ ਅੰਡਰਸਟੈਂਡ ਕਿ ਇਹਦਾ ਪੂਰੀ ਗੱਲ ਸੁਣ ਲਓ ਜੀ। ਮੈਂ ਹੋਸਟ ਮੈਂ ਨਾ ਅੱਛੀ ਗੱਲ ਕਰ ਰਹੇ ਹੋ, ਆਈ ਮੈਂ ਹੋਸਟ, ਬੜੀ ਅੱਛੀ ਤੁਸੀਂ ਗੱਲ ਕਰ ਰਹੇ ਹੋ, ਤੁਹਾਡੀ ਗੱਲ ਤੇ ਕੋਈ ਕਮੈਂਟਸ ਨਹੀਂ ਮੇਰੇ ਹੈਗੇ, ਤੁਸੀਂ ਅੱਛੀ ਗੱਲ ਕਰ ਰਹੇ ਜੀ। ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਕਿਹਾ ਨਾ ਵਿਊਜ਼ ਦੇਣ ਲਈ, ਢੱਡੀਆਂ ਵਾਲੇ ਸਮਾਗਮ ਸੁਣੋ, ਹਜ਼ਾਰਾਂ ਲੋਕ ਸੁਣਦੇ, ਯੰਗ ਜਨਰੇਸ਼ਨ ਸੁਣਦੀ ਹੈ, ਕੋਈ ਕੁਸਕਦਾ ਨਹੀਂ। ਉਸ ਬੰਦੇ ਦੀ ਨੌਲੇਜ ਗ੍ਰੰਥ ਸਾਹਿਬ ਤੋਂ ਲੈ ਕੇ ਵਰਲਡ ਦੇ ਪੋਲੀਟੀਕਲ ਪਾਰਟੀਜ਼ ਵਰਲਡ 'ਚ ਕੀ ਹੋ ਰਿਹਾ, ਬਿਮਾਰੀ ਕਿਹੜੀ ਫੈਲੀ ਹੈ, ਕਿੰਨੇ ਬੰਦੇ ਬਿਮਾਰ ਹੈ, ਕਿੰਨੇ ਮਰ ਗਏ, ਕਿੰਨੇ, ਠੀਕ ਹੈ, ਨੌਲੇਜ ਉਹਨੂੰ ਦੁਨੀਆ ਦੇ ਕਿੰਨੀ ਸੁਣਦੀ ਹੈ, ਸਮਾਜ ਬੰਦੇ ਚੂੰ ਨਹੀਂ ਕਰਦਾ, ਔਰ ਸਾਰੀ ਯੰਗ ਜਨਰੇਸ਼ਨ ਸੁਣਦੀ ਉਸ ਬੰਦੇ ਨੂੰ। ਇਹ ਅੱਜ ਅਕਾਲ ਤਖਤ ਜਿਹੜੇ ਬਣੇ ਨੇ ਆਪਣੇ ਜਥੇਦਾਰ, ਜੇ ਤਾਂ ਜਦੋਂ ਸਾਡੇ ਜਦੋਂ ਅਕਾਲ ਤਖਤ ਸਾਹਿਬ ਬਣਿਆ ਸੀ, ਮੇਰਾ ਬਾਪ ਬੁੱਢਾ ਸੀ ਉੱਥੇ, ਜਦੋਂ ਉਦੋਂ ਉਸ ਟਾਈਪ ਦੇ ਜਥੇਦਾਰ ਹੋਣਗੇ ਨਾ, ਤੇ ਇਹ ਢੱਡੀਆਂ ਵਾਲੇ ਫਿਰ ਜਾਣਗੇ ਸਿਰ ਝੁਕਾ ਕੇ, ਕੋਈ ਗੱਲ ਨਹੀਂ। ਇਹਨਾਂ ਦੀ ਗੱਲ ਸੁਣਨ ਦਾ ਮਤਲਬ ਕੋਈ ਨਹੀਂ, ਇਹਨਾਂ ਦੇ ਹੁਕਮ ਕਿਸੇ ਸਿੱਖ ਧਰਮ ਨੂੰ ਇਹਨਾਂ ਹੁਕਮਾਂ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਬੰਦੇ ਕੁਆਲੀਫਾਈ ਨਹੀਂ ਹੈ। ਇਹ ਬਾਦਲ ਦੇ ਬਾਦਲ ਦੇ ਚਰਨਾਂ ਜਾ ਕੇ ਬਹਿ ਜਾਂਦੇ, ਕਿੱਥੋਂ ਹੋ ਗਏ? ਸੁਣੋ ਜੀ ਗੱਲ ਸੁਣੋ ਧਿਆਨ ਦੇ ਨਾਲ। ਹੁਣ ਅੱਜ ਸਿੱਖ ਧਰਮ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ, ਉਹਦੇ ਅੱਗੇ ਸਿਰ ਝੁਕਾਓ, ਗ੍ਰੰਥ ਸਾਹਿਬ ਨੂੰ ਮੰਨੋ, ਦਰਬਾਰ ਸਾਹਿਬ ਜਾਓ। ਇਹਨਾਂ ਜਥੇਦਾਰਾਂ ਦੀ ਕੋਈ ਵੈਲਿਊ ਨਹੀਂ ਹੈ ਜੀ। ਹੁਣ ਤੁਸੀਂ ਨਾ ਜਥੇਦਾਰਾਂ ਦੀ ਹੈ, ਨਾ ਇਹ ਜਿਹੜੇ ਪ੍ਰਚਾਰਕ ਨੇ ਕੜਮ ਚੌਧਰੀ ਇਹਨਾਂ ਦੀ ਹੈ। ਹਾਂ ਠੀਕ ਹੈ, ਤੁਹਾਡੇ ਕਮੈਂਟ ਠੀਕ ਹੈ, ਨਥਿੰਗ ਰੋਂਗ ਵਿਦ ਦੈਟ। ਹਾਂਜੀ, ਕਿਉਂਕਿ ਜਿਹੜੇ ਅਕਾਲ ਤਖਤ ਨਹੀਂ ਮੰਨਦਾ। ਐਨੀਵੇ ਆਈ ਡੋਨਟ ਵਾਂਟ ਇਨਟੂ ਦਿਸ, ਇਸ ਬਹੁਤ ਜ਼ਿਆਦਾ ਹੋ ਗਿਆ, ਜਸਟ ਇਨਫ। ਜਸਟ ਟੇਕ ਇੱਕ ਕਾਲਰ, ਹਰਜਿੰਦਰ ਗੱਲ ਦੀ ਕਾਲਰ ਲਓ ਲਾਈਨ 'ਚ ਨੇ। ਪਲੀਜ਼ ਪ੍ਰੋਸੀਡ ਕਰੋ ਨੰਬਰ 3 ਜੀ। ਹਾਂਜੀ ਹਰਜਿੰਦਰ ਗੱਲ ਸਾਹਿਬ, ਤੁਸੀਂ ਕਹਿਣਾ ਚਾਹੁੰਦੇ ਹੋ? ਤੁਸੀਂ ਲਾਈਨ ਤੇ ਸਰ? ਹਾਂਜੀ, ਮੈਂ ਬੋਲ ਰਿਹਾ ਜੀ। ਤੁਸੀਂ ਲਾਈਨ ਤੇ ਹੋ ਜੀ? ਆਪ ਜੀ ਦੀ ਲਾਈਨ ਏਅਰ ਤੇ ਹੈ। ਹਾਂਜੀ, ਮੈਂ ਦੱਸਣਾ ਚਾਹੁੰਦਾ, ਮੈਂ ਲਾਸਟ ਦੇ ਵਿੱਚ ਗੱਲ ਕਰਨੀ ਚਾਹੁੰਦਾ। ਹਾਂ ਬਈ ਤੇ ਜਿਹੜੇ ਭਾਈ ਸਾਹਿਬ ਕਹਿ ਕੇ ਗਏ ਆ ਵੀ ਉਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦੇ ਆ ਜਾਂ ਉਹਨਾਂ 'ਚ ਨਿਮਰਤਾ ਬੜੀ ਆ, ਮੈਂ ਉਹਦੀ ਐਗਜ਼ਾਮਪਲ ਇੱਕ ਤੁਹਾਨੂੰ ਦਿੰਨਾ। ਮੈਨੂੰ ਲੈ ਕੇ ਉਹ ਨਾਲ ਆਫ ਦੀ ਕੈਮਰਾ, ਜਿਹੜਾ ਇਹ ਸਾਧ ਕਹਿੰਦਾ ਵੀ ਮੈਂ ਸਾਧ ਛੱਡ ਕੇ ਹੁਣ ਭਾਈ ਬਣ ਗਿਆ, ਇਹਨੂੰ ਆਫ ਦੀ ਕੈਮਰਾ ਕਰ ਲਿਓ ਬੰਦ, ਇਹਨੂੰ ਇਹਦਾ ਨਾਂ ਨਾ ਸੰਬੋਧਨ ਕਰਿਓ, ਤੁਹਾਡੇ ਗੱਲ ਨਾ ਪੈ ਜੇ ਤੇ ਮੈਨੂੰ ਫੜ ਲਿਓ ਆਣ ਕੇ, ਮੈਨੂੰ ਨਾਲ ਲੈ ਜਾਇਓ ਗਵਾਹ ਦੇ ਤੌਰ ਤੇ। ਇਹ ਬੰਦਾ ਜਿਹੜੇ ਇਹ ਉੱਥੇ ਪਰਮੇਸ਼ਰ ਦਵਾਰ ਇਹਦੇ ਨਾਲ ਬੰਦੇ ਰਹਿੰਦੇ ਆ, ਰੋਜ਼ ਇਹਨੂੰ ਮੱਥਾ ਨਹੀਂ ਟੇਕਦੇ, ਇਹ ਉੱਥੇ ਮਹਾਰਾਜਾ ਵਾਂਗੂ ਰਹਿੰਦਾ ਨਹੀਂ। ਇਹ ਤੁਸੀਂ ਕਿਹੜੇ ਗੁਰੂ, ਅੱਛਾ ਜਿਹੜੇ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਨੇ ਕੀ ਬੋਲਿਆ, ਮੈਂ ਤੁਹਾਨੂੰ ਦਿੰਨਾ ਪ੍ਰੂਫ ਦਿੰਨਾ। ਸੈਕਰਾਮੈਂਟੋ ਕੈਲੀਫੋਰਨੀਆ 'ਚ ਇਹਨੇ ਬੋਲਿਆ ਨਹੀਂ, ਗੁਰੂ ਹਰਰਾਏ ਸਾਹਿਬ ਕੋ ਗਲਤੀਆਂ ਹੋਈਆਂ, ਕੀ ਕਿਹੜਾ ਕਲੇਪੋ ਆ ਕਹਿੰਦਾ 1 ਮਿੰਟ ਦਾ, ਉਹਦੇ ਛੋਟੇ ਜਿਹੇ ਬੱਚੇ ਨੂੰ ਵੀ ਕਹਿ ਦੋ, ਉਹ ਸਾਰੀ ਗੱਲ ਸਮਝ ਕੇ ਦੱਸ ਦੂਗਾ ਵੀ ਇਹਨੇ ਗੁਰੂ ਹਰਰਾਏ ਸਾਹਿਬ ਨੂੰ ਗਲਤ ਕਿਹਾ, ਤੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਵੀ ਅੱਗ ਲੱਗ ਜੇ, ਸੜ ਜੇ, ਚੋਰੀ ਹੋ ਜੇ, ਆਪਾਂ ਨੂੰ ਉਹਦੇ ਨਾਲ ਕੋਈ ਸਾੜਾ ਨਹੀਂ ਹੋਣਾ ਚਾਹੀਦਾ। ਆਪਣੇ ਤੇ ਫੋਨ 'ਚ ਵੀ ਗੁਰੂ ਗ੍ਰੰਥ ਸਾਹਿਬ ਪਿਆ, ਜਿਹੜੀ ਉਹ ਜਿਲਦ ਵਾ ਉਹਦੇ ਸਿਰਫ ਇੱਕ ਜਰੀਆ। ਵੈਰੀ ਸੈਡ ਪਾਰਟ, ਸ਼ੇਮ ਫॉर ਸਾਡੇ ਸਾਰੇ ਵਾਸਤੇ ਆ। ਹਾਂਜੀ, ਇਹ ਦੇਖੋ ਕੁਝ ਲੋਕ ਭਾਵੁਕ ਆ, ਉਹ ਜਿੰਨੇ ਲੋਕ ਮਿਲੀਅਨਸ ਬਿਲੀਅਨਸ ਲੋਕ ਨੇ, ਹਰ ਕੋਈ ਆਪੋ ਆਪਣੀ ਓਪੀਨੀਅਨ ਆ। ਦੇਖੋ ਵੀ ਮੇਰੇ ਤੇ ਇੱਕੋ ਗੱਲ ਹੈ ਕਿ ਅਕਾਲ ਤਖਤ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਮਾਫ ਕਰਨਾ ਜੀ, ਜਿਹੜੀ ਮਹੱਤਤਾ ਆ ਉਹਨੂੰ ਘਟਾਇਆ ਨਾ ਜਾਵੇ। ਇਹ ਹੁਣ ਸਿੱਖ ਕੌਮ ਆਪੇ ਸੋਚੇ। ਔਰ ਇੱਕ ਸੱਚ ਹੈ ਕਿ ਜਿਹੜਾ ਟੰਡਰੀਆਂ ਵਾਲਾ ਆ, ਔਰ ਇਹਦੇ ਵਿੱਚ ਹਉਮੈ ਵੀ ਹੈ, ਹੰਕਾਰ ਵੀ ਹੈ, ਇਹਦੇ ਵਿੱਚ ਮਾਇਆ ਦਾ ਮੋਹ ਵੀ ਝਲਕਦਾ ਆ। ਝਲਕਦਾ ਨਹੀਂ ਹੈ, ਮੈਂ ਵੇਖਿਆ ਵੀ ਹੈ। ਮੈਨੂੰ ਦੱਸਿਆ ਇੱਕ ਵਕੀਲ ਨੇ, ਔਰ ਇੱਥੇ ਜਿਨ੍ਹਾਂ ਦੇ ਘਰ ਵਿੱਚ ਆਇਆ, ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਕਿਤੇ ਤੁਸੀਂ ਲੈ ਆਉਣੀ, ਤੁਸੀਂ ਘਰ ਪਵਿੱਤਰ ਹੋ ਜਾਓ। ਕਹਿੰਦਾ ਕਿ ਪਵਿੱਤਰ, ਇਹਦੇ ਨਾਲ ਪਵਿੱਤਰ ਹੋ ਜਾਊਗਾ।
ਤੇ ਉਹਦੇ ਨਾਲ ਦੇ ਵਕੀਲ ਨੇ ਉਹਨੂੰ $1000-1500 ਲਿਫਾਫੇ 'ਚ ਪਾਇਆ ਤੇ ਚੁੱਕ ਕੇ ਉਹਨਾਂ ਨੇ ਜੇਬੀ 'ਚ ਪਾ ਲਿਆ। ਸੋ ਇਹ ਮਾਇਆ ਦੇ ਲੋਭੀ ਨੇ, ਇਹ ਕੋਈ ਪ੍ਰਚਾਰਕ ਜਿਹੜੇ ਨੇ ਉਹ ਨਹੀਂ, ਜਿਹੜੇ ਸੰਤ ਮਹਾਂਪੁਰਸ਼ ਜਿਹੜੇ ਪਹਿਲੇ ਹੁੰਦੇ ਸੁਣਨ ਬੱਚੂ ਨਹੀਂ। ਇਹ ਸੱਚ ਹੈ ਕਿ ਇਹ ਡੇਰਾਵਾਦ ਵਧਣ ਦਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਮਜ਼ੋਰੀਆਂ ਨੇ, ਊਣਤਾਈਆਂ ਨੇ, ਜਿਸ ਕਰਕੇ ਡੇਰਾਵਾਦ ਹੋਇਆ ਹੈ। ਇਹ ਡੇਰਾਵਾਦ, ਇਹ ਵੀ ਡੇਰਾ ਹੀ ਬਣਾਇਆ ਇਹਨੇ ਵੀ ਆਪਣਾ। ਸੋ ਇਹਦਾ ਤੁਸੀਂ ਮੈਂ ਕੁਝ ਮਿੰਟ ਲਈ ਦੇਖੋ, ਇਹ ਤੁਸੀਂ ਜਾਣਦੇ ਹੋ ਕਿ ਇਹ ਜਿੰਨੇ ਵੀ ਹੁੰਦੇ ਨੇ ਪ੍ਰਚਾਰਕ ਹਿਪਨੋਟਾਈਜ਼ ਕਰ ਦਿੰਦੇ ਲੋਕਾਂ ਨੂੰ, ਕਿਉਂਕਿ ਇਹਨਾਂ ਕੋਲ ਕਲਾ ਹੁੰਦੀ ਹੈ। ਇਹਨਾਂ ਨੂੰ ਪਤਾ ਕਿ ਅਸੀਂ ਇਹ, ਕਿਉਂਕਿ ਹਰ ਸਟੇਜ ਇੱਥੇ ਲਾਉਣੀ ਉੱਥੇ ਲਾਉਣੀ ਗੱਲਾਂ ਉਹੀ ਹੁੰਦੀਆਂ ਨੇ ਤੇ ਲੋਕਾਂ ਨੂੰ ਭਾਵ ਕਰਦੇ ਨੇ। ਲੋਕਾਂ ਨੂੰ ਪਤਾ ਹੈ ਕਿ ਛੋਟੀ ਛੋਟੀ ਗੱਲਾਂ ਦੇ ਨਾਲ ਕਿਵੇਂ ਕਿਸ ਤਰ੍ਹਾਂ ਅਸੀਂ ਇਹਨੂੰ ਅਟਰੈਕਟ ਕਰਨਾ। ਜਿਵੇਂ ਮੈਂ ਇੱਕ ਹੋਸਟ ਹਾਂ, ਮੈਨੂੰ ਪਤਾ ਹੈ ਕਿ ਇਸ ਵੇਲੇ ਬਹੁਤ ਵੱਡੀ ਵੀਰਸ਼ਿਪ ਮੇਰੀ, ਤੇ ਮੈਂ ਕਿਹੜੀ ਗੱਲ ਕਰਾਂਗਾ ਤੇ ਮੈਂ ਅਟਰੈਕਟ ਕਰਾਂਗਾ। ਇਹ ਸਾਰਾ ਕੁਝ ਜਿਹੜਾ ਆ ਇੱਕ ਤੁਹਾਡੇ ਸਾਹਮਣੇ ਆ, ਟਰੂ ਐਂਡ ਫੈਕਟ ਹੈ, ਇੱਕ ਸੱਚਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਤਖਤ ਸਾਹਿਬ ਤੋਂ ਉੱਪਰ ਕੋਈ ਨਹੀਂ ਹੈ। ਢੰਡਰੀਆਂ ਵਾਲਾ ਵੀ ਸਾਡੇ ਵਰਗਾ ਹੀ ਹੈ ਔਰ ਦੂਜੇ ਵੀ ਸਾਡੇ ਵਰਗੇ ਆ, ਪਰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਆ, ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਸਾਡੀ ਸੁਪਰੀਮ ਪਾਵਰ ਨੇ। ਭਾਈ ਹੋਸ਼ ਕਰੋ, ਹੋਸ਼ ਵਿੱਚ ਆਓ, ਜੋਸ਼ ਵਿੱਚ ਨਾ ਬੋਲੋ, ਹੋਸ਼ ਵਿੱਚ ਬੋਲੋ। ਬੜੀ ਮਿਹਰਬਾਨੀ। ਆਈ ਥਿੰਕ ਇਜ਼ ਓਵਰ ਨਾਓ। ਸੋ ਹਾਂਜੀ, ਆਈ ਥਿੰਕ ਵੀ ਸ਼ੁੱਡ। ਹਾਂਜੀ ਗਗਨ, ਤੁਸੀਂ ਲਾਈਨ ਤੇ ਬੋਲੋ। ਹੈਲੋ, ਹਾਈ, ਗੁੱਡ ਮਾਰਨਿੰਗ। ਯੈਸ, ਮੇਰੀ ਤਾਂ ਸਿਰਫ ਇੱਕ ਓਪੀਨੀਅਨ ਆ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਆ ਕਿ ਤੁਸੀਂ ਕਿਹਾ ਨਾ ਇਹ ਗਲਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਪਰ ਇਹ ਊਣਤਾਈਆਂ ਜੀ ਸਾਡੇ ਲੋਕਾਂ ਦੀਆਂ ਆ, ਸਾਡੀ ਕਮਿਊਨਿਟੀ ਦੀਆਂ, ਜਿਹੜੇ ਬਾਬਿਆਂ ਦੇ ਥਰੂ, ਕਿਸੇ ਵਿਚੋਲੇ ਦੇ ਥਰੂ ਕੋਈ ਇੱਕ ਬ੍ਰਿਜ ਬਣਾ ਕੇ ਇਸ ਮਾਧਿਅਮ ਦੇ ਨਾਲ ਗੁਰੂ ਘਰ ਦੇ ਨਾਲ ਜੁੜਦੇ ਆ। ਤੇ ਲੋਕਾਂ ਦੀ ਗਲਤੀ ਆ, ਸਾਡੇ ਆਪਣੀ ਕਮਿਊਨਿਟੀ ਦੀ ਗਲਤੀ ਆ। ਸਾਨੂੰ ਡਾਇਰੈਕਟ ਗੁਰੂ ਘਰੇ ਜਾ ਕੇ ਅਰਦਾਸ ਕਰਨੀ ਚਾਹੀਦੀ, ਸਾਨੂੰ ਡਾਇਰੈਕਟ ਗੁਰੂ ਘਰੇ ਜਾ ਕੇ ਆਪਣੇ ਗੁਰੂ ਨੂੰ ਮੰਨਣਾ ਚਾਹੀਦਾ, ਤੇ ਸਾਨੂੰ ਇਹਨਾਂ ਬਾਬਿਆਂ ਦੀ, ਇਹਨਾਂ ਜਥੇਦਾਰਾਂ ਦੀ ਕੋਈ ਲੋੜ ਹੀ ਨਹੀਂ ਹੈਗੀ। ਜੇ ਲੋਕ ਆਪ ਇਹ ਗੱਲ ਸਮਝ ਲੈਣ। ਥੈਂਕ ਯੂ। ਮਿਹਰਬਾਨੀ, ਬਹੁਤ ਅੱਛਾ, ਬਹੁਤ ਖੂਬ। ਸੋ ਗੋਦਾ ਪੰਜਾਬ ਸਿੰਘ ਕੁਝ ਕਮਰਸ਼ਲ ਲੈ ਕੇ ਵਾਪਸ ਆ ਰਹੇ।